ਇਹ ਜੋ ਕੰਧਾਂ ਨੇ ਇਹ ਨਾ ਤਾਂ ਕਿਸੇ ਸਕੂਲ ਦੀਆਂ ਕੰਧਾਂ ਨੇ, ਨਾ ਹੀ ਕਿਸੇ ਗੁਰੂ ਘਰ ਦੀ ਕੰਧ ਹੈ ਜੀ। ਇਹ ਲੋਕਾਂ ਦੇ ਮਕਾਨਾਂ ਦੀਆਂ ਕੰਧਾਂ ਨੇ। ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ, ਉਹਨਾਂ ਆਜ਼ਾਦੀ ਘੁਲਾਟੀਆਂ ਦੀਆਂ, ਉਹਨਾਂ ਮਹਾਨ ਹਸਤੀਆਂ ਜਿਨ੍ਹਾਂ ਨੇ ਕ੍ਰਾਂਤੀਕਾਰੀ ਜਿਹੜੇ ਹੋਏ ਉਹਨਾਂ ਦੀਆਂ ਆਪਾਂ ਪੇਂਟਿੰਗਸ ਇੱਥੇ ਬਣਾਈਏ। ਆ ਸਾਡੇ ਸਾਹਮਣੇ ਘਰ ਸੀਗਾ ਗੁਰਮੀਤ ਸਿੰਘ ਦਾ ਜੀ, ਉਹ ਮੁੰਡਾ ਇੱਥੇ ਬੈਠਾ, ਉਹਨੇ 2 ਕੰਧਾਂ ਹੀ ਹੱਥੋਂ ਲੈ ਲਈਆਂ, ਕਹਿੰਦਾ ਇਹ ਮੈਂ ਤਿਆਰ ਕਰਾਉਂਗਾ। ਪਰ ਲੀਡਰਾਂ ਦੀਆਂ ਤਸਵੀਰਾਂ ਨਹੀਂ ਲਾਈਆਂ ਜੀ ਤੁਸੀਂ, ਆ ਜਿਹੜੇ ਅੱਜ ਕੱਲ੍ਹ ਲੀਡਰਾਂ ਤੋਂ ਬਾਹਰ ਹੋ ਕੇ ਅਸੀਂ ਇਹ ਕੰਮ ਚਲਾਇਆ, ਲੀਡਰਾਂ ਦੇ ਵਿੱਚ ਹੋ ਕੇ ਨਹੀਂ ਚਲਾਇਆ ਅਸੀਂ। ਇਹ ਲੀਡਰਾਂ ਤੋਂ ਬਾਹਰ ਹੋਣ ਦਾ ਕੋਈ ਕਾਰਨ ਵੀ ਹੈ ਜੀ? ਜਦੋਂ ਅਸੀਂ ਆਏ ਨਾ ਤੁਹਾਡੇ ਪਿੰਡ ਤੋਂ ਰੋਡ ਵੀ ਥੋੜੀ ਜਿਹੀ ਟੁੱਟਣੀ ਸ਼ੁਰੂ ਹੋਈ ਹੈ, ਵੀ ਸ਼ਾਇਦ ਨਾਰਾਜ਼ੇ ਹੋ ਗਏ ਵੀ ਜਦੋਂ ਤੱਕ ਮੰਤਰੀ ਸਾਹਿਬ ਸਾਡੀ ਇਹ ਸੜਕ ਨਹੀਂ ਬਣਾਉਂਦੇ ਅਸੀਂ ਫੋਟੋ ਨਹੀਂ ਲੈਂਦੇ। ਸੱਤ ਟੁੱਟਦਾ ਜਾਂਦਾ ਸੀ, ਉਹਦੇ ਨਾਲ ਲੋਕ ਜੁੜਦੇ ਆ। ਇੱਥੇ ਹੁਣ ਦੁਪਹਿਰ ਨੂੰ 8-10 ਬੰਦੇ ਹਰ ਟਾਈਮ ਬੈਠੇ ਰਹਿੰਦੇ ਆ। ਜੇ ਪ੍ਰਭਾਤ ਫੇਰੀ ਆਈ ਹੈ ਕਿ ਗਲੇ ਇੱਧਰ ਆ, ਇੱਧਰ ਤੂੰ ਮੂਰੇ ਪਿੱਛੇ ਚਲੋ ਬਾਦੋਣੇ ਮੈਨੂੰ ਤੁਹਾਡੀ ਆਵਾਜ਼ 'ਚ ਗੜਾਕਾ ਹੀ ਬਹੁਤ ਹੈ ਜੀ, ਫਿਰ ਕਿਉਂ ਨਹੀਂ ਹੋਵੋਗੇ ਤੁਸੀਂ ਮੂਹਰੇ? 2-3 ਦਿਨ ਬਿਮਾਰ ਤਾਂ ਮੈਂ ਰਿਹਾ ਤੇ ਪਰ ਉਹਦੀ ਉਧਰ ਪੱਟੀਆਂ ਕਿਸੇ ਮੈਂ ਕਿਹਾ ਦਿਨ ਨਹੀਂ ਛਿਪਣਾ ਚਾਹੀਦਾ, ਪਹਿਲਾਂ ਪੱਟਣੇ ਤੇ ਪੜਦਾ। ਇੱਕ ਫੋਟੋ ਹੁਣ ਮੈਂ ਪਿੰਡ ਵਾਲਿਆਂ ਨੂੰ ਕਹਿਣਾ ਵੀ ਆ ਬਾਪੂ ਜੀ ਦੀ ਵੀ ਫੋਟੋ ਲਾਏ ਨੇ। ਇੱਕ ਤਾਂ ਇਹਦੇ ਮੈਂ ਉਲਟਾ ਆ ਬੋਲਿਆ ਵੀ ਪਹਿਲੀ ਵਾਰ ਹੈ ਮੈਂ ਬੋਲਿਆ। ਇਹ ਪਿੰਡ ਨੇ ਇਤਿਹਾਸ ਨੂੰ ਸੰਭਾਲਿਆ ਕੰਧਾਂ ਦੇ ਉੱਤੇ। ਮੈਂ ਕਹਿੰਦਾ ਇਹ ਪਿੰਡ ਵੀ ਇਤਿਹਾਸਕ ਬਣ ਗਿਆ। ਕਿਹੜੇ ਦੇਸ਼ ਰਹਿੰਦੇ ਹੋ ਜੀ? ਕੈਨੇਡਾ ਰਹਿੰਦੇ। ਕੈਨੇਡਾ। ਤੇ ਹੁਣ ਲੋਕਡਾਊਨ ਕਰਕੇ ਨਹੀਂ ਜਾ ਹੋਇਆ ਜਾਂ ਫਿਰ ਕਿਵੇਂ ਜੀ? ਹਾਂਜੀ, ਲੋਕਡਾਊਨ ਕਰਕੇ ਕੁਛ ਹੁਣ ਬਸ ਤਿਆਰੀ ਹੋਈ ਹੈ, ਛੇਤੀ ਉਹ ਚੱਲ ਜਾਵਾਂਗੇ। ਨਹੀਂ ਹੁਣ ਕੀ ਜਾਣਾ ਜੀ, ਹੁਣ ਤੇ ਪਿੰਡ ਕੈਨੇਡਾ ਬਣ ਗਿਆ ਤੁਹਾਡਾ। ਇਕੱਲਾ ਮੋਗੇ ਜ਼ਿਲ੍ਹੇ ਇੱਕੋ ਪਿੰਡ ਹੈ ਜਿੱਥੇ ਇੱਕ ਗੁਰਦੁਆਰਾ ਹੈ। ਜਿਹੜੇ ਛੋਟੀਆਂ ਜਾਤਾਂ ਕਹਿੰਦੇ ਨੇ ਕਿਸੇ ਨੂੰ ਬਈ ਨਹੀਂ ਜੀ ਇਹਨਾਂ ਦੇ ਨਹੀਂ ਜਾਣਾ, ਜਾਂ ਇਹ ਸਾਡੇ ਗੁਰਦੁਆਰੇ ਨਹੀਂ ਆ ਸਕਦੇ, ਛੋਟੀ ਜਾਤ ਵਾਲੇ ਆ। ਫਿਰ ਯਾਰ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਜਾਂ ਸਹਿਜ ਪਾਠ ਹੁੰਦਾ, ਫਿਰ ਉਦੋਂ ਵੀ ਕਿਹਾ ਕਰੋ ਬਈ ਨਾ ਬਈ ਗ੍ਰੰਥੀ ਸਿੰਘ ਜੀ ਆਹ ਭਗਤ ਰਵਿਦਾਸ ਜੀ ਦੀ ਬਾਣੀ ਨਾ ਪੜ੍ਹਿਓ, ਇਹ ਤਾਂ ਛੋਟੀ ਜਾਤ ਦੇ ਸੀ। ਯਾਰ ਅਸੀਂ ਸਾਡੀ ਜਾਤ ਛੋਟੀ ਨਹੀਂ, ਸਾਡੀ ਸੋਚ ਛੋਟੀ ਹੋ ਗਈ ਹੈ। ਉਹ ਦੇਖੇ ਜੀ ਉਹਦਾ ਨਕਲੀ ਹੀਰੋ ਆ, ਜਿਵੇਂ ਹਰੀ ਸਿੰਘ ਨਲੂਏ ਦੀ ਆਪਣਾ ਤਸਵੀਰ ਲੱਗੀ ਹੋਈ ਆ। ਹੁਣ ਚਲੋ ਇੱਥੋਂ ਲੰਘੂਗਾ ਕੋਈ ਬੱਚਾ, ਉਹ ਦੇਖ ਕੇ ਪੁੱਛੂਗਾ ਵੀ ਇਹ ਕੌਣ ਸੀ। ਉਹਨੇ ਪੁੱਛ ਲਿਆ ਆਪਣੀ ਮਾਤਾ ਨੂੰ ਜੀ ਵੀ ਇਹ ਕੌਣ ਸੀ, ਗਾਹਾਂ ਮਾਤਾ ਨੇ ਵੀ ਸੋਚਿਆ ਵੀ ਕੌਣ ਸੀ ਇਹ, ਉਹਨੂੰ ਵੀ ਨਹੀਂ ਪਤਾ ਹੋਣਾ ਜੀ। ਮੈਂ ਕਹਿੰਦਾ ਅੱਜ ਕੱਲ੍ਹ ਦੀਆਂ ਮੰਮੀਆਂ ਨੂੰ ਵੀ ਨਹੀਂ ਪਤਾ। ਇਹ ਜਿਹੜੇ ਅੱਜ ਕੱਲ੍ਹ ਦੀ ਪਨੀਰੀ ਹੈ ਜੀ, ਉਹ ਤਾਂ ਯੋਧਾ ਸਨੀ ਦਿਓਲ ਨੂੰ ਮੰਨੀ ਜਾਂਦੀ ਵੀ ਇਹ ਮੁੱਕਾ ਬਹੁਤ ਵਧੀਆ ਮਾਰਦਾ ਕੱਢ ਕੇ, ਇਹੀ ਉਹਦਾ ਹੋਣਾ। ਹੁਣ ਸ਼ਾਇਦ ਬੱਚੇ ਇਹ ਵੀ ਪੁੱਛ ਲੈਣ, ਜਿੱਥੇ ਉਹ ਇਹ ਸਵਾਲ ਕਰਨਗੇ ਵੀ ਇਹ ਕੌਣ ਹੈ, ਸ਼ਾਇਦ ਇਹ ਵੀ ਸਵਾਲ ਕਰ ਲੈਣ ਵੀ ਮੰਮੀ ਇੱਥੇ ਸਨੀ ਦਿਓਲ ਦੀ ਫੋਟੋ ਨਹੀਂ ਲਾਈ, ਉਹ ਤਾਂ ਸੂਰਮਾ ਸੀ। ਹੁਣ ਪੁਰਾਣਾ ਕਿਸੇ ਜਿਵੇਂ ਬੋਤਾ ਹੀ ਲਾ ਲਓ, ਆ ਬੋਤਾ ਹੀ ਆ ਕਿ ਹੁਣ ਪੁਰਾਣੇ ਜਵਾਕਾਂ ਨੂੰ ਕੀ ਪਤਾ ਸੀ ਬੋਤਾ ਕੀ ਚੀਜ਼ ਆ। ਚਲੋ ਅਸੀਂ ਤਾਂ ਉਹਨਾਂ 'ਚ ਵਿਚਰੇ ਆ, ਸਾਨੂੰ ਤਾਂ ਪਤਾ ਜਾਂ ਚਲਾਇਆ ਵੀ ਆ, ਤੇ ਪਰ ਹੁਣ ਦੇ ਜਵਾਕਾਂ ਨੂੰ ਤਾਂ ਕੋਈ ਪਤਾ ਨਹੀਂ ਸੀ ਬੋਤਾ ਕੀ ਆ। ਹੁਣ ਇਹਨੂੰ ਦੇਖ ਕੇ ਪਤਾ ਲੱਗਦਾ ਜੀ। ਭਗਤ ਪੂਰਨ ਸਿੰਘ ਜੀ, ਰਵੀ ਸਿੰਘ ਜੀ ਖਾਲਸਾ ਏਡ ਵਾਲੇ ਜੀ। ਉਸ ਤੋਂ ਬਾਅਦ ਜਦੋਂ ਜਿਵੇਂ ਆਪਾਂ ਨੂੰ ਪਿਕਚਰਾਂ ਮਿਲਦੀਆਂ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਸੈਨਿਕ ਸੀਗੇ, ਉਹਨਾਂ ਦੀ ਸੇਵਾ ਭਾਵਨਾ ਨਾਲ ਲੜਦੇ ਸੀ, ਨਾਲੇ ਸੇਵਾ ਕਰਦੇ ਸੀ। ਚੰਗੀਆਂ ਚੀਜ਼ਾਂ ਨੂੰ ਮੀਡੀਆ ਨੂੰ ਜ਼ਰੂਰ ਦਿਖਾਉਣਾ ਚਾਹੀਦਾ। ਤਾਂ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਪਿੰਡ ਦੇ ਵਿੱਚ ਜਦੋਂ ਵੀਡੀਓ ਵਾਇਰਲ ਹੋਈ, ਇੱਕ ਹੋਰ ਸਵਾਰਥ ਸੀ ਸਾਡਾ ਵੀ ਕਿਤੇ ਹੋਰ ਚੈਨਲ ਨਾਲ ਛੇਤੀ ਪਹੁੰਚ ਜੇ, ਪਹਿਲਾਂ ਕਰ ਲਈਏ ਸਾਰਿਆਂ ਤੋਂ। ਸੋ ਪਹਿਲਾਂ ਵਾਲਾ ਕ੍ਰੈਡਿਟ ਵੀ ਅਸੀਂ ਲਿਆ ਏ।
ਆਮ ਤੌਰ ਤੇ ਜਦੋਂ ਵੀ ਗੱਲ ਪਿੰਡਾਂ ਦੀ ਹੁੰਦੀ ਹੈ ਤਾਂ ਪਿੰਡਾਂ ਦੇ ਵਿੱਚ ਰੱਬ ਹੋਣ ਦੀ ਗੱਲ ਆਖੀ ਜਾਂਦੀ ਹੈ। ਬਹੁਤ ਸਾਰੇ ਗੀਤਕਾਰ ਤੇ ਬਹੁਤ ਸਾਰੇ ਗਾਇਕਾਂ ਨੇ ਅਜਿਹੇ ਗੀਤ ਗਾਏ ਨੇ ਜਾਂ ਗੀਤਕਾਰਾਂ ਨੇ ਲਿਖੇ ਨੇ ਜਿਹਦੇ ਵਿੱਚ ਪਿੰਡ ਦੇ ਵਿੱਚ ਰੱਬ ਹੋਣ ਦੀ ਗੱਲ ਆਖੀ ਗਈ ਹੈ। ਸੋ ਅੱਜ ਤੁਹਾਨੂੰ ਇੱਕ ਅਜਿਹਾ ਪਿੰਡ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਹਾਡੇ ਮੂੰਹ ਚੋਂ ਇਹ ਨਿਕਲੇਗਾ ਕਿ ਵਾਹ ਬਈ ਵਾਹ। ਤੇ ਸ਼ਾਇਦ ਇਸ ਪਿੰਡ ਨੇ ਹੁਣ ਨਵੀਂ ਪਿਰਤ ਪਾਉਣੀ ਹੈ ਕਿਉਂਕਿ ਇੱਕ ਅਜਿਹੀ ਮਿਸਾਲ ਇਸ ਪਿੰਡ ਦੇ ਵੱਲੋਂ ਦਿੱਤੀ ਗਈ ਹੈ ਜਿਸ ਨੂੰ ਵੇਖ ਕੇ ਹਰ ਕੋਈ ਇਸ ਪਿੰਡ ਦੀ ਤੇ ਇਸ ਪਿੰਡ ਦੇ ਲੋਕਾਂ ਦੀ ਸ਼ਲਾਘਾ ਕਰੇਗਾ। ਜੀ ਹਾਂ, ਪਿੰਡ ਦਾ ਨਾਮ ਹੈ ਕਿਸ਼ਨਪੁਰ ਕਲਾਂ, ਮੋਗਾ ਜ਼ਿਲ੍ਹੇ ਦਾ ਪਿੰਡ ਹੈ। ਸੋ ਇਸ ਪਿੰਡ ਦੇ ਵਿੱਚ ਤੁਸੀਂ ਉਹ ਚੀਜ਼ਾਂ ਵੇਖੋਗੇ ਜਾਂ ਉਹ ਕਲਾਕਾਰੀ ਵੇਖੋਗੇ ਜੋ ਸ਼ਾਇਦ ਹਾਲੇ ਤੀਕਰ ਕਿਸੇ ਪਿੰਡ ਵਿੱਚ ਤੁਸੀਂ ਨਾ ਵੇਖੀ ਹੋਵੇ। ਇਹ ਸੰਭਵ ਕਿਵੇਂ ਹੋਇਆ ਹੈ, ਕਿਸ ਤਰ੍ਹਾਂ ਹੋਇਆ ਹੈ, ਉਹ ਅਸੀਂ ਗੱਲਬਾਤ ਕਰਨੀ ਆ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਇਹ ਜੋ ਕੰਧਾਂ ਨੇ ਇਹ ਨਾ ਤਾਂ ਕਿਸੇ ਸਕੂਲ ਦੀਆਂ ਕੰਧਾਂ ਨੇ, ਨਾ ਹੀ ਕਿਸੇ ਗੁਰੂ ਘਰ ਦੀ ਕੰਧ ਹੈ ਜੀ। ਇਹ ਲੋਕਾਂ ਦੇ ਮਕਾਨਾਂ ਦੀਆਂ ਕੰਧਾਂ ਨੇ, ਲੋਕਾਂ ਦੇ ਘਰਾਂ ਦੀਆਂ ਕੰਧਾਂ ਨੇ ਜਿਨ੍ਹਾਂ ਦੇ ਉੱਤੇ ਬਹੁਤ ਵਧੀਆ ਵਿਰਸਾ ਦਿਖਾਇਆ ਗਿਆ। ਸਾਡਾ ਜਿੱਥੇ ਸਿੱਖ ਇਤਿਹਾਸ ਇਸ ਪਿੰਡ ਦੀਆਂ ਕੰਧਾਂ ਉੱਤੇ ਸੰਭਾਲਿਆ ਗਿਆ ਹੈ, ਉੱਥੇ ਹੀ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਪਾ ਰਿਹਾ ਹੈ ਪਿੰਡ। ਕਿਉਂਕਿ ਸੱਭਿਆਚਾਰਕ ਸੀਨਰੀਆਂ, ਸੱਭਿਆਚਾਰਕ ਤਸਵੀਰਾਂ, ਸੱਭਿਆਚਾਰਕ ਕਲਾਕਾਰੀ ਇਸ ਪਿੰਡ ਦੇ ਘਰਾਂ ਦੀਆਂ ਕੰਧਾਂ ਦੇ ਉੱਤੇ ਕੀਤੀ ਗਈ ਹੈ। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਇਹ ਪਿੰਡ ਦਾ ਸੈਂਟਰ ਹੈ ਤੇ ਇਹ ਪਿੰਡ ਕਿਸ਼ਨਪੁਰ ਕਲਾਂ ਦੀ ਪੱਤੀ ਬਖਾਪੁਰ ਹੈ। ਸੋ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕੰਮ ਕੀਤਾ ਗਿਆ ਹੈ ਉਹ ਸ਼ਾਬਾਸ਼ੀ ਦੇ ਹੱਕਦਾਰ ਨੇ। ਸੋ ਮਿਲਦੇ ਹਾਂ ਪਿੰਡ ਦੇ ਬਜ਼ੁਰਗਾਂ ਨੂੰ, ਪਿੰਡ ਦੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਦੇ ਕਰਕੇ ਇਹ ਸਭ ਕੁਝ ਸੰਭਵ ਹੋ ਸਕਿਆ। ਸੋ ਪਿੰਡ ਕਿਸ਼ਨਪੁਰ ਕਲਾਂ ਦੇ ਵਸਨੀਕ ਨੇ। ਕਿਸ਼ਨਪੁਰਾ ਕਲਾਂ ਜਿਹੜਾ ਪਿੰਡ ਹੈਗਾ ਮੋਗਾ ਜ਼ਿਲ੍ਹੇ ਦਾ, ਉੱਥੋਂ ਦੇ ਇਹ ਵਸਨੀਕ ਨੇ, ਬਜ਼ੁਰਗ ਨੇ, ਨੌਜਵਾਨ ਵੀ ਨੇ। ਸਾਡੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਜਦੋਂ ਪਿੰਡ ਦੇ ਕਿਸੇ ਦੀ ਗੱਲ ਹੁੰਦੀ ਹੈ, ਜੇ ਉੱਥੇ ਗੰਦ ਵੇਖਿਆ ਜਾਂਦਾ ਹੈ ਤਾਂ ਪੁੱਛਣ ਤੇ ਪਤਾ ਲੱਗਦਾ। ਕਹਿੰਦੇ ਜੀ ਪਿੰਡ ਦੇ ਵਿੱਚ ਤਾਂ ਜੀ ਰਾਜਨੀਤੀ ਹੈ ਜੀ, ਲੀਡਰਾਂ ਨੇ ਸੱਤਿਆਨਾਸ਼ ਕਰਤਾ ਜੀ ਪਿੰਡ ਦੀਆਂ ਪੰਚਾਇਤਾਂ ਦਾ। ਇੱਕ ਕਹਿੰਦਾ ਜੀ ਸਾਫ਼ ਸਫਾਈ ਕਰੋ, ਦੂਜਾ ਕਹਿੰਦਾ ਜੀ ਨਹੀਂ ਅਸੀਂ ਹੋਣ ਨਹੀਂ ਦੇਣੀ, ਗੰਦ ਪਾਵਾਂਗੇ। ਪਰ ਇਹ ਪਿੰਡ ਵਾਲੇ ਵਧਾਈ ਦੇ ਪਾਤਰ ਨੇ। ਸੋ ਇਹਨਾਂ ਨੇ ਬਹੁਤ ਵਧੀਆ ਤਸਵੀਰ ਪੇਸ਼ ਕੀਤੀ ਹੈ। ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ ਬਾਪੂ ਜੀ? ਮੇਰਾ ਵਜ਼ੀਰ ਸਿੰਘ ਹੈ ਜੀ। ਵਜ਼ੀਰ ਸਿੰਘ ਜੀ। ਹਾਂਜੀ। ਬਾਪੂ ਜੀ ਬਹੁਤ ਵਧੀਆ, ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈਆਂ ਜੀ। ਤੇ ਜੀ ਇਹ ਕਿਵੇਂ ਸੰਭਵ ਹੋ ਸਕਿਆ ਜੀ? ਇਹ ਡਾਕਟਰ ਸਾਹਿਬ ਕਰਨਗੇ ਜੀ। ਡਾਕਟਰ ਸਾਹਿਬ, ਹਾਂਜੀ ਡਾਕਟਰ ਸਾਹਿਬ, ਇਹ ਕਿਵੇਂ ਪਿੰਡ ਦੇ ਵਿੱਚ ਬਹੁਤ ਸੋਹਣੀ ਕਲਾਕਾਰੀ, ਔਰ ਖਾਸ ਗੱਲ ਇਹ ਹੈ ਵੀ ਇਹ ਤਸਵੀਰਾਂ ਨਹੀਂ ਹੈ, ਇਹ ਤਸਵੀਰਾਂ ਸਾਡਾ ਇਤਿਹਾਸ ਹੈ, ਸਾਡਾ ਸੱਭਿਆਚਾਰ ਕੁਝ ਸਿਖਾ ਰਹੀਆਂ ਨੇ। ਇਹ ਕਿਵੇਂ ਮਨ ਦੇ ਵਿੱਚ ਆਈਡੀਆ ਆਉਂਦਾ ਜੀ ਕਿ ਕਿਹਦੀ ਇਹ ਸਾਰੀ ਬਦੌਲਤ ਮਤਲਬ ਕਿ ਸੰਭਵ ਹੋ ਸਕਿਆ ਜੀ? ਇਹ ਸੱਥ ਦੇ ਵਿੱਚ ਇੱਥੇ ਬੈਠਦੇ ਹੁੰਦੇ ਸੀ ਜੀ। ਪੁਰਾਣੇ ਬਜ਼ੁਰਗਾਂ ਤੋਂ ਪੁਰਾਣੀਆਂ ਗੱਲਾਂ ਸੁਣਨੀਆਂ ਜੀ। ਫਿਰ ਇੱਕ ਦਿਨ ਇੱਥੇ ਬੈਠੇ ਵਿਚਾਰ ਬਜ਼ੁਰਗਾਂ ਨਾਲ ਕੀਤੀ। ਕਹਿੰਦੇ ਵੀ ਆਪਾਂ ਸੱਥ ਦਾ ਹੀ ਨਹੀਂ, ਪਹਿਲੀ ਗੱਲ ਤਾਂ ਲੋਕਾਂ ਨੂੰ ਪਤਾ ਵੀ ਸੱਥ ਕੀ ਹੁੰਦੀ ਹੈ। ਹਾਂਜੀ। ਆਉਣ ਵਾਲੀ ਜਨਰੇਸ਼ਨ ਨੂੰ, ਜਿਹੜੀ ਆਉਣ ਵਾਲੇ ਬੱਚਿਆਂ ਨੂੰ ਸੱਥ ਦਾ ਹੀ ਨਹੀਂ ਪਤਾ। ਕਹਿੰਦੇ ਆਪਾਂ ਕੋਈ ਇਦਾਂ ਦਾ ਹੀ ਚੀਜ਼ ਬਣਾਈਏ ਜਿਹੜਾ ਆਪਣਾ ਪੁਰਾਤਨ ਵਿਰਸਾ ਹੋਵੇ, ਪੁਰਾਤਨ ਸੱਭਿਆਚਾਰ ਹੋਵੇ ਜੀ, ਜਿਹਦੇ ਵਿੱਚ ਆਪਣਾ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਮਿਲੇ। ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ, ਉਹਨਾਂ ਆਜ਼ਾਦੀ ਘੁਲਾਟੀਆਂ ਦੀਆਂ, ਉਹਨਾਂ ਮਹਾਨ ਹਸਤੀਆਂ ਜਿਨ੍ਹਾਂ ਨੇ ਕ੍ਰਾਂਤੀਕਾਰੀ ਜਿਹੜੇ ਹੋਏ, ਉਹਨਾਂ ਦੀਆਂ ਆਪਾਂ ਪੇਂਟਿੰਗਸ ਇੱਥੇ ਬਣਾਈਏ। ਤੇ ਉਪਰਾਲਾ ਤਾਂ ਅਸੀਂ ਛੋਟਾ ਜਿਹਾ ਕੀਤਾ ਸੀਗਾ ਕਿ ਇੱਥੇ ਸਟੇਜ ਤੇ ਪਹਿਲਾਂ ਸ਼ੁਰੂ ਕੀਤਾ ਜਾਵੇ ਜੀ। ਇੱਥੋਂ ਕਰਦੇ ਕਰਦੇ ਜਿਵੇਂ ਸਾਨੂੰ ਹਾਂ ਪੱਖੀ ਘਾਰਾ ਮਿਲਦਾ ਗਿਆ, ਅਖਬਾਰ ਦੇ ਵਿੱਚੋਂ ਘਰਾਂ ਵਾਲਿਆਂ ਨੂੰ ਪੁੱਛਣਾ ਵੀ ਤੁਹਾਡੇ ਇੱਥੇ ਪੇਂਟਿੰਗ ਬਣਾ ਦਈਏ, ਉਹਨਾਂ ਨੇ ਕਹਿਣਾ ਜੀ ਬਣਾ ਦਿਓ। ਹੌਲੀ ਹੌਲੀ ਉਹਨਾਂ ਨੇ ਨਾਲ ਸਾਨੂੰ ਫਾਈਨੈਂਸ਼ੀਅਲੀ ਸਾਡੀ ਮਦਦ ਵੀ ਕਰਨ ਲੱਗ ਗਏ ਉਹ ਲੋਕ ਜੀ। ਤੇ ਸਾਨੂੰ ਜਿੱਥੇ ਉਹਨਾਂ ਨੇ ਪਹਿਲਾਂ ਪੁੱਛਣਾ ਤੁਹਾਡੀ ਕੰਧ ਤੇ ਅਸੀਂ ਐਂ ਬਣਾਉਣ ਲੱਗੇ, ਉਹਨੇ ਕਹਿਣਾ ਬਣਾ ਲਓ। ਫਿਰ ਹੌਲੀ ਹੌਲੀ ਲੋਕ ਪੈਸੇ ਵੀ ਦੇਣ ਲੱਗੇ। ਉਹ ਅਸੀਂ ਵਧਾਉਂਦੇ ਕੰਮ ਹੁਣ ਸਾਰੇ ਅਖਬਾਰ 'ਚ ਹੀ ਸਾਡਾ ਜਿਹੜਾ ਹੈਗਾ ਇਹ ਲੈ ਕੇ ਅਸੀਂ ਤੁਰੇ ਮਿਸ਼ਨ ਵੀ ਜਿਹੜੀ ਪੇਂਟਿੰਗ ਦਾ ਕੰਮ ਆ ਸਾਰੇ ਅਸੀਂ ਅਖਬਾਰ ਦੇ ਵਿੱਚ ਪੂਰਾ ਕਰਾਂਗੇ ਜੀ।
ਤੇ ਡਾਕਟਰ ਸਾਹਿਬ ਇੱਕ ਹੋਰ ਗੱਲ ਦੇਖੀ ਹੈ, ਜਿਵੇਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਦੋਂ ਜਾਈਦਾ ਤਾਂ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਮਿਲਦੀਆਂ ਵੀ ਨਹੀਂ ਜੀ ਇੱਥੇ ਤਾਂ ਜੀ ਰਾਜਨੀਤੀ ਬਹੁਤ ਹੈ, ਤੇ ਅਜਿਹੀ ਕੋਈ ਪਰੇਸ਼ਾਨੀ ਨਹੀਂ ਤੁਹਾਨੂੰ ਆਈ ਪਿੰਡ ਦੇ ਵਿੱਚ, ਜਾਂ ਇਹ ਸਿਰਫ ਪੱਤੀ ਦੇ ਵਿੱਚ ਕਰ ਰਹੇ ਹੋ ਜੀ ਆਪਣੀ ਦੇ ਵਿੱਚ ਫਿਲਹਾਲ? ਤੇ ਕਰ ਤਾਂ ਪੱਤੀ 'ਚ ਹੀ ਰਹੇ ਆ ਵੈਸੇ। ਹੁਣ ਜਿਵੇਂ ਜਿਵੇਂ ਸਾਡਾ ਲੋਕ ਦੇਖ ਰਹੇ ਆ ਦੂਜੀਆਂ ਪੱਤੀਆਂ ਵਾਲੇ ਕੰਮ, ਤੇ ਉਹ ਵੀ ਉਤਸ਼ਾਹਤ ਹੋਏ ਮੁੰਡੇ, ਕਹਿੰਦੇ ਅਸੀਂ ਵੀ ਆਪਦੇ ਗਵਾੜ 'ਚ ਹੌਲੀ ਹੌਲੀ ਆਪਦੀਆਂ ਪੱਤੀਆਂ 'ਚ ਇਹ ਸ਼ੁਰੂ ਕਰਾਂਗੇ। ਸਾਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਈ ਵੀ ਰਾਜਨੀਤਿਕ ਪੱਖੋਂ ਜਾਂ ਕਿਸੇ ਪੱਖੋਂ ਵੀ ਤੁਸੀਂ ਇਹ ਕਿਉਂ ਕਰਨ ਲੱਗੇ, ਜਾਂ ਇੱਥੇ ਆਹ ਬਣਨੀ ਚਾਹੀਦੀ ਸੀ ਪਿੰਡ ਜਾਂ ਨਹੀਂ ਬਣਨੀ ਚਾਹੀਦੀ ਸੀ। ਜੀ ਜੀ। ਕਿਸੇ ਤਰ੍ਹਾਂ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਆਈ। ਇਹ ਕਦੋਂ ਤੋਂ ਕਾਰਜ ਆਰੰਭਿਆ ਸੀ, ਕਿੰਨਾ ਕੁ ਸਮਾਂ ਹੋਇਆ ਜੇ ਇਹ ਕਾਰਜ ਸ਼ੁਰੂ ਕੀਤੇ ਨੂੰ ਜੀ? ਇਹ ਕੋਈ 20-25 ਦਿਨ ਹੋ ਗਏ ਜੀ ਸਾਡੇ ਸ਼ੁਰੂ ਕੀਤੇ ਨੂੰ। ਅੱਛਾ ਜੀ। ਤੇ ਹੁਣ ਲਗਾਤਾਰ ਹੀ ਉਦੋਂ 20-25 ਦਿਨਾਂ ਦਾ ਚੱਲੀ ਜਾ ਰਿਹਾ, ਤੇ ਅਜੇ ਹੋ ਸਕਦਾ ਇਹ 'ਚ 20-25 ਦਿਨ ਹੋਰ ਲੱਗਣ ਸਿਰੇ ਲਾਉਣ ਲਈ ਜਿਹੜਾ ਕੰਮ ਜਿਹੜਾ ਇਹ। ਜੀ, ਜਿਵੇਂ ਦੇਖ ਰਹੇ ਹਾਂ ਆਪਾਂ ਇਹ ਸੱਭਿਆਚਾਰਕ ਤਸਵੀਰਾਂ ਨੇ ਜਾਂ ਇਤਿਹਾਸਕ ਪੱਖ ਨੇ ਸਾਡੇ, ਇਹ ਪੇਂਟਰ ਦੀ ਇੱਕ ਕਲਾਕਾਰੀ ਹੈ ਜੀ, ਜਾਂ ਤੁਸੀਂ ਦੱਸ ਰਹੇ ਹੋ ਪਿੱਛੇ ਕੋਈ ਵੀ ਨਹੀਂ ਇੱਥੇ ਆਹ ਚੀਜ਼ ਬਣਾਉਣੀ ਹੈ, ਆਪਾਂ ਇੱਥੇ ਆਹ ਬਣਾਉਣੀ ਹੈ ਜੀ? ਕੁਛ ਤਾਂ ਜਿਹੜਾ ਪੇਂਟਰ ਸਾਡਾ ਉਹ ਵੀ ਵਧੀਆ, ਉਹਨੇ ਸਾਨੂੰ ਦੱਸੀ ਜਾ ਰਿਹਾ, ਬਾਕੀ ਅਸੀਂ ਉਹਨੂੰ ਦੱਸੀ ਵੀ ਇੱਥੇ ਆਹ ਚੀਜ਼ ਸਾਨੂੰ ਜਿਹੜੀ ਇਹਦੇ ਨਾਲ ਰਿਲੇਟਡ ਹੋਵੇ। ਜੀ ਜੀ ਜੀ। ਵੀ ਸਾਨੂੰ ਉਹ ਜੇ ਸਿੱਖ ਇਤਿਹਾਸ ਬਾਰੇ ਤਾਂ ਸਿੱਖ ਇਤਿਹਾਸ ਬਾਰੇ ਉਹਨੂੰ ਪੁੱਛ ਲਈਦਾ, ਜੇ ਕੋਈ ਪੁਰਾਤਨ ਸੱਭਿਆਚਾਰ ਬਾਰੇ ਤਾਂ ਉਹ ਤੋਂ ਉਦੋਂ ਦੀ ਗੱਲ ਕਰ ਲਈਦੀ, ਫਿਰ ਸਾਨੂੰ ਪੁਰਾਣੇ ਵਿਰਸੇ ਦੀਆਂ ਜਿਹੜੀਆਂ ਪੁਰਾਣੀਆਂ ਕੋਈ ਹੈਗੀਆਂ ਉੱਦਾਂ ਸਾਨੂੰ ਦੱਸੋ, ਉਹਦੇ ਬਾਰੇ ਉਹ ਆਪਦੇ 'ਚੋਂ ਕੱਢ ਲੈਂਦੇ ਮੋਬਾਈਲ ਦੇ ਵਿੱਚੋਂ। ਉਹ ਜਿਹੜਾ ਪੁਰਾਣੀਆਂ ਸਾਨੂੰ ਫਿਰ ਸਿਲੈਕਟ ਅਸੀਂ ਕਰ ਲੈਂਦੇ, ਸਿਲੈਕਟ ਕਰਕੇ ਸਾਰਿਆਂ ਨੂੰ ਦਿਖਾਈ ਦੀਆਂ, ਜਿਹੜੇ 5-7-10 ਬੰਦੇ ਉਹਦੇ ਮੁੱਢੀ ਹੈਗੇ, ਉਹ ਜਿਹੜੀਆਂ ਪੇਂਟਿੰਗ ਸਿਲੈਕਟ ਕਰ ਲੈਂਦੇ ਉਸ ਹਿਸਾਬ ਨਾਲ ਅਸੀਂ ਬਣਾਈ ਜਾਂਦੇ ਫਿਰ। ਜੀ, ਸੋ ਬਜ਼ੁਰਗ ਵੀ ਨੇ ਬਾਪੂ ਜੀ, ਤੁਸੀਂ ਮਤਲਬ ਕਿ ਇਹ ਜਿਹੜੀਆਂ ਚੀਜ਼ਾਂ ਇਹ ਸਾਰੀਆਂ ਘਰ ਘਰ ਜਾਂਦੇ ਹੋ, ਕਿਸ ਤਰ੍ਹਾਂ ਕਰਦੇ ਹੋ? ਕਿਉਂਕਿ ਬਹੁਤ ਸਾਰੇ ਲੋਕ ਅਸਹਿਮਤ ਵੀ ਹੋਣਗੇ ਵੀ ਯਾਰ ਅਸੀਂ ਆਪਣੀਆਂ ਕੰਧਾਂ ਪਰ ਇਹ ਕੰਮ ਨਹੀਂ ਕਰਵਾਉਣੇ ਹੈਗੇ, ਸਾਡਾ ਤਾਂ ਅਸੀਂ ਤਾਂ ਹੁਣ ਕੋਠੀ ਪਾਈ ਹੈ, ਨਵਾਂ ਪੇਂਟ ਕੀਤਾ ਹੈ, ਤੇ ਤੁਸੀਂ ਆਹ ਕੰਮ ਕਰ ਦਿਓ ਜੀ, ਇਸ ਤਰ੍ਹਾਂ ਵਾਲੇ ਵੀ ਹੈਗੇ? ਨਹੀਂ ਜੀ ਨਹੀਂ, ਇਹ ਜੀ ਕੋਈ ਸਮੱਸਿਆ ਨਹੀਂ। ਆਹ ਸਾਡੇ ਸਾਹਮਣੇ ਘਰ ਸੀਗਾ ਗੁਰਮੀਤ ਸਿੰਘ ਦਾ ਜੀ। ਉਹ ਮੁੰਡਾ ਇੱਥੇ ਬੈਠਾ, ਉਹਨੇ 2 ਕੰਧਾਂ ਹੀ ਹੱਥੋਂ ਲੈ ਲਈਆਂ, ਕਹਿੰਦਾ ਇਹ ਮੈਂ ਤਿਆਰ ਕਰਾਉਂਗਾ। ਅੱਛਾ ਜੀ। ਹਾਂ, ਕੋਲੋਂ ਸਾਰਾ ਖਰਚਾ ਕੀਤਾ ਉਹਨੇ। ਉਲਟਾ ਉਤਸ਼ਾਹਿਤ ਹੈ। ਉਹਨੂੰ ਕਿਹਾ ਨਹੀਂ ਸੀਗਾ ਕਿਉਂਕਿ ਉਹਦਾ ਰੰਗ ਬਹੁਤ ਵਧੀਆ ਸੀ, ਅਸੀਂ ਕਿਹਾ ਤੇਰਾ ਰੰਗ ਖਰਾਬ ਹੋਊ, ਕਹਿੰਦਾ ਨਹੀਂ ਮੈਂ ਬਣਾ ਕੇ ਦੇਵਾਂਗਾ। 2 ਕੰਧਾਂ ਉਹਨੇ ਬਣਾ ਕੇ ਦਿੱਤੀਆਂ। ਅੱਛਾ ਜੀ। ਹਾਂਜੀ, ਇਹੋ ਜਿਹਾ ਸਾਨੂੰ ਪੂਰਾ ਸਾਥ ਮਿਲਿਆ ਜੀ ਕਿਸੇ ਹਰ ਇੱਕ ਦਾ। ਤੇ ਇਹਦੇ ਵਿੱਚ ਜਿਹੜੇ ਘਰ ਦੀ ਦੀਵਾਰ ਦੇ ਉੱਤੇ ਤੁਸੀਂ ਇਹ ਚੀਜ਼ ਕਰ ਰਹੇ ਹੋ ਤਾਂ ਉਹਨਾਂ ਤੋਂ ਵੀ ਕੁਝ ਪੈਸੇ ਲੈ ਰਹੇ ਹੋ ਜੀ? ਨਹੀਂ, ਪੈਸੇ ਲੈ ਨਹੀਂ ਰਹੇ, ਵੈਸੇ ਦੇ ਰਿਹਾ ਕੋਈ ਨਾ ਕੋਈ, ਆਪਦੀ ਖੁਸ਼ੀ ਨਾਲ ਜੇ ਕੋਈ ਦੇ ਰਹੇ ਆ ਵੈਸੇ। ਅੱਛਾ, ਦੇ ਰਹੇ ਆ, ਸਹਿਯੋਗ ਕਰ ਰਹੇ ਆ। ਤੇ ਹੁਣ ਜਿਹੜੀ ਵੀਡੀਓ ਤੁਸੀਂ ਪਾਈ ਹੈ ਇੱਕ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਗਈ ਇਸ ਪਿੰਡ ਦੀ ਵੀਡੀਓ, ਤੇ ਉਹਦੇ ਬਾਅਦ ਫਿਰ ਕੋਈ ਦੇਖਣ ਵੀ ਆ ਰਹੇ ਆ ਜੀ ਬਾਹਰੋਂ? ਬਹੁਤ ਆ ਰਹੇ ਆ ਜੀ। ਕੱਲ ਇਹ ਡਾਕਟਰ ਸਾਹਿਬ ਕੋਲ ਆਏ ਸੀ, ਨੇੜੇ ਨੇੜੇ ਪਿੰਡਾਂ 4-5 ਪਿੰਡਾਂ ਦੇ ਸਰਪੰਚ ਸੀ। ਇੱਥੇ ਧਰਮਕੋਟ ਸਾਡੇ ਮਿਊਨਿਸਪੈਲਿਟੀ ਨੇੜੇ ਹੀ। ਅੱਛਾ ਜੀ। ਉੱਥੋਂ ਦਾ ਪ੍ਰੈਜ਼ੀਡੈਂਟ ਉਹ ਕਹਿੰਦਾ ਮੈਂ ਉਹਨਾਂ ਦੇ ਕੋਲੇ ਇੱਕ ਤਾਂ ਆਉਂਦਾ ਜਿਹੜੇ ਆਪਣਾ ਸਵੱਛ ਭਾਰਤ ਸਕੀਮ ਦੇ ਵਿੱਚ। ਹਾਂਜੀ ਹਾਂਜੀ। ਉਹ ਕਹਿੰਦੇ ਉਹਦੇ ਨਾਲ ਰਿਲੇਟਡ ਕੁਛ ਸਾਡੀਆਂ ਦੂਸਰੀਆਂ ਜਿਹੜੇ ਤੁਸੀਂ ਪੇਂਟਿੰਗ ਬਣਾਉਣੀ ਉਹਦੇ ਨਾਲ ਰਿਲੇਟਡ ਅਸੀਂ 10 ਲੱਖ ਰੁਪਏ ਦਾ ਕੰਮ ਕਰਾਵਾਂਗੇ। ਅਸੀਂ ਨਹੀਂ ਆਪਦੇ ਕੋਲ ਕੋਈ ਵੀ ਪਾਈ ਜਿਹੜੀ ਵੀਡੀਓ ਪਾਈ ਵੀ ਹੈ। ਅੱਛਾ ਜੀ। ਇੱਥੇ ਅਸੀਂ ਤਾਂ ਬੈਠੇ ਹੁੰਦੇ, ਲੋਕ ਬਣਾ ਕੇ ਲੈ ਜਾਂਦੇ, ਆਉਂਦੇ ਲੋਕ ਉਹਨਾਂ ਚਾਹ ਪਾਣੀ ਪਿਆਈ ਦਾ, ਦੂਰੋਂ ਦੂਰੋਂ ਆਉਂਦੇ, ਹਰ ਰੋਜ਼ ਹੀ 5-7 ਆਉਂਦੇ ਇੱਦਾਂ ਦੇ ਗਰੁੱਪ ਜਿਹੜੇ ਇੱਥੇ ਬਣਾ ਕੇ ਲੈ ਜਾਂਦੇ ਇੱਥੇ। ਮਤਲਬ ਕਿ ਇੱਥੋਂ ਇੱਕ ਸਰਪੰਚਾਂ ਨੂੰ ਵੀ, ਜਿਹੜੇ ਸਰਪੰਚ ਤਾਂ ਦੋਸ਼ ਲੱਗਦੇ ਨੇ ਵੀ ਇਹ ਤਾਂ ਪੈਸਾ ਖਾਣ ਨੂੰ ਬਣ ਗਏ, ਉਹਦਾਂ ਦਾ ਆਪਾਂ ਕਹਿ ਨਹੀਂ ਸਕਦੇ ਕੁਝ, ਪਰ ਜਿਹੜਾ ਸਰਪੰਚ ਕਹਿੰਦਾ ਵੀ ਯਾਰ ਮੈਂ ਆਪਣੇ ਪਿੰਡ ਲਈ ਕੁਝ ਕਰਾਂ ਤਾਂ ਉਹ ਇੱਥੋਂ ਵਧੀਆ ਆਈਡੀਆ ਲੈ ਸਕਦਾ। ਇੱਥੋਂ ਲੈ ਕੇ ਜਾਂਦੇ ਸਰਪੰਚ, ਉਹ 5-7 ਸਰਪੰਚ ਇੱਦਾਂ ਦੇ ਆ ਜਿਹੜੇ ਆਪ ਆਏ ਪਹਿਲਾਂ, ਫਿਰ ਹੋਰਨਾਂ ਨੂੰ ਲੈ ਕੇ ਆਏ। ਉਹ ਕੋਈ ਨਾ ਕੋਈ ਪੁੱਛੀਦਾ ਤੁਸੀਂ ਸਾਨੂੰ ਫਲਾਣੇ ਨੇ ਦੱਸਿਆ ਸੀ ਉਸ ਫਲਾਣਾ ਸਰਪੰਚ ਆਇਆ ਸੀ, ਉਹ ਸਾਨੂੰ ਲੈ ਕੇ ਆਇਆ ਦੇ ਨਾਲ। ਇੱਦਾਂ ਹਰ ਰੋਜ਼ ਹੀ 5-7 ਗਰੁੱਪ ਕੋਈ ਨਾ ਕੋਈ ਆਉਂਦੇ ਰਹਿੰਦੇ ਇੱਥੇ। ਡਾਕਟਰ ਸਾਹਿਬ, ਇੱਕ ਇਸ ਪਿੰਡ ਦਾ ਪੱਖ ਇੱਕ ਇਹ ਵੀ ਹੈ ਵੀ ਅਸੀਂ ਜਦੋਂ ਸ਼ੁਰੂਆਤ ਦੇ ਵਿੱਚ ਵੜਦੇ, ਕਿਉਂਕਿ ਮੇਰੇ ਮਨ ਦੇ ਵਿੱਚ ਤਸਵੀਰ ਇਹ ਸੀ ਵੀ ਚਲੋ ਪਿੰਡ ਕਿਸ਼ਨਪੁਰ ਜਾਂਦੇ ਆ, ਕਿਸ਼ਨਪੁਰਾ, ਤੇ ਉੱਥੋਂ ਸਾਰਾ ਪਿੰਡ ਇਸ ਤਰ੍ਹਾਂ ਦਾ ਮੇਰੇ ਮਨ 'ਚ ਇਹ ਸੀ। ਪਰ ਮੈਂ ਜਦੋਂ ਅੰਦਰ ਵੜਿਆ ਜੀ ਤਾਂ ਮੂਹਰੇ ਢੇਰ ਹੈ, ਤੇ ਉਧਰਲੀ ਸਾਈਡ ਥੋੜਾ ਗੰਦ ਦਿਖਦਾ। ਕੱਲ੍ਹ ਨੂੰ ਬਾਹਰੋਂ ਆ ਜਾਣ, ਚੰਡੀਗੜ੍ਹੋਂ ਆ ਜਾਣ ਲੋਕ ਤੇ ਕਹਿਣ ਵੀ ਜਗਦੀਪ ਸਿੰਘ ਤੂੰ ਤਾਂ ਯਾਰ ਸਾਨੂੰ ਤਾਂ ਇਹ ਕਹਿੰਦਾ ਸੀ ਵੀ ਪਿੰਡ ਬਹੁਤ ਵਧੀਆ, ਵੀ ਇੱਕ ਪੱਖ ਇਹ ਵੀ ਹੈ, ਤੇ ਉਹਨਾਂ ਨੂੰ ਨਹੀਂ, ਲੋਕਾਂ ਨੂੰ ਮਤਲਬ ਕਿ ਇੱਥੋਂ ਨਸੀਹਤ ਮਿਲ ਰਹੀ ਜੀ ਪਿੰਡ। ਉਹ ਪਹਿਲਾਂ ਤਾਂ, ਹੁਣ ਤਾਂ ਤੁਸੀਂ ਦੇਖਿਆ ਹੁਣ ਤਾਂ ਕੁਛ ਵੀ ਨਹੀਂ, ਉੱਥੇ ਬਹੁਤ ਜ਼ਿਆਦਾ ਸੀ। ਹੁਣ ਅਸੀਂ ਸਾਰੇ ਤਕਰੀਬਨ ਸਾਡੀ ਜਿਹੜੀ ਹੈ ਕਿ ਮੁਹਿੰਮ ਸ਼ੁਰੂ ਕੀਤੀ ਵੀ ਸਫਾਈ ਪੱਖੋਂ ਵੀ। ਜੀ ਜੀ ਜੀ। ਉੱਥੇ ਪਹਿਲਾਂ ਬਹੁਤ ਰੂੜੀਆਂ ਲੱਗੀਆਂ, 5-4 ਦਿਨ ਹੋਏ ਸਾਰਾ ਉਹ ਸਫਾਈ ਕਰਾ ਕੇ ਅਸੀਂ ਉੱਥੇ ਇੰਟਰਲੋਕਿੰਗ ਦਾ ਉੱਥੇ ਵੀ ਕੰਮ ਸ਼ੁਰੂ ਕੀਤਾ, ਜਿੱਥੇ ਤੁਸੀਂ ਕਿੰਨੇ ਵੜਦੇ ਆ ਸਾਰੀ ਤੁਹਾਨੂੰ ਐਂ ਲੱਗਿਆ। ਤੇ ਉੱਥੇ ਵੀ ਕੰਮ ਉੱਥੇ ਵੀ ਚੱਲ ਰਿਹਾ ਜੀ। ਜੀ ਜੀ ਜੀ, ਠੀਕ ਹੈ ਜੀ। ਸੋ ਬਾਪੂ ਜੀ, ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਹੋ ਜੀ? ਹਾਂਜੀ ਹਾਂਜੀ ਜੀ। ਤੇ ਤੁਸੀਂ ਆਪਣੇ ਪਿੰਡ ਨੂੰ ਕਿਵੇਂ ਵੇਖਦੇ ਹੋ, ਇਹਨਾਂ ਨੌਜਵਾਨਾਂ ਦੀ ਇਸ ਮਿਹਨਤ ਨੂੰ ਕਿਵੇਂ ਵੇਖਦੇ ਹੋ ਜੀ? ਅਸੀਂ ਇਹਨਾਂ ਦੀ ਨੌਜਵਾਨਾਂ ਦੀ ਮਿਹਨਤ ਇਹਨਾਂ ਦੀ ਬਹੁਤ ਆ ਜੀ, ਰਾਤ ਦਿਨ ਬਹੁਤ ਇਹ ਕੰਮ ਕਰਦੇ ਆ ਜੀ। ਉੱਥੇ ਸੇਵਾ 'ਚ ਵੀ ਬਹੁਤ ਇਹਨਾਂ ਦਾ ਹਿੱਸਾ ਹੈ ਜੀ। ਜੀ ਜੀ ਜੀ। ਜੋ ਇਹਨਾਂ ਨੂੰ ਕਹਿ ਦਈਏ ਇਹ ਕਰਦੇ ਆ ਜੀ। ਠੀਕ ਹੈ ਜੀ। ਹਾਂ, ਹੋਰ ਲਾਇਬ੍ਰੇਰੀ 'ਚ ਇਹਨਾਂ ਦਾ ਬਹੁਤ ਯੋਗਦਾਨ ਆ ਜੀ।
ਸਾਨੂੰ ਇਹਨਾਂ ਨੇ ਜਦੋਂ ਇਹਨਾਂ ਨੂੰ ਫੋਨ ਕਰ ਦਈਏ ਉਸੇ ਵੇਲੇ ਤਿਆਰ ਹੈ ਜੀ। ਕਿੰਨਾ ਕੁ ਵੱਡਾ ਪਿੰਡ ਹੈ ਜੀ, ਕਿੰਨੀ ਕੁ ਵੋਟ ਹੈ? ਵੋਟ ਇੱਥੇ ਹੋਊਗੀ 6000 ਵੋਟ ਹੈਗੀ ਜੀ। ਅੱਛਾ ਜੀ, 6500 ਦੇ ਕਰੀਬ ਵੋਟ ਹੈਗੀ ਹੈ। ਤੇ ਇੱਕ ਹੋਰ ਨੌਜਵਾਨ ਨੇ, ਸੋ ਕਹਿੰਦੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ, ਪਿੱਛੇ ਨੂੰ ਹੋ ਜਾਂਦੇ ਆ, ਪਹਿਲੇ ਵੀ ਉਹ ਪਿੱਛੇ ਨੂੰ ਹੋ ਗਏ ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਹੈ ਸਰ ਤੁਹਾਡਾ? ਹਰਪਾਲ ਸਿੰਘ ਜੀ। ਹਰਪਾਲ ਸਿੰਘ ਜੀ, ਮੈਨੂੰ ਵੀਰਾਂ ਹੋਰਾਂ ਤੋਂ ਪਤਾ ਲੱਗਿਆ ਸੀ, ਕਹਿੰਦੇ ਜੀ ਜਦੋਂ ਅਸੀਂ ਉੱਥੇ ਬੈਠੇ ਸੀ ਬਜ਼ੁਰਗਾਂ ਦੇ ਵਿੱਚ, ਕਹਿੰਦੇ ਤੁਹਾਡਾ ਬਹੁਤ ਵੱਡਾ ਰੋਲ ਹੈ ਜੀ। ਮਤਲਬ ਵਾਹ ਜੀ, ਤੁਹਾਡੀ ਦੇ ਸਭ ਦੀ ਲੋਕਾਂ ਦੀ ਦੇਣ ਆ ਜੀ। ਜੀ ਜੀ ਇਹ ਜੋ ਕਰੀ ਜਾ ਸੇਵਾ ਕਰਾਉਂਦੇ ਆ, ਅਸੀਂ ਕਰੀ ਜਾਂਦੇ ਆ ਜੀ ਬਸ। ਜੀ ਜੀ ਆਪ ਵੀ ਬਣਾਉਂਦੇ ਹੋ ਵਿੱਚ ਪੇਂਟਿੰਗਾਂ ਜੀ? ਮਤਲਬ ਨਹੀਂ ਜੀ, ਆਪ ਨਹੀਂ ਬਣਾਉਂਦੇ ਜੀ, ਅਸੀਂ ਤਾਂ ਉਹ ਆਇਆ ਸੀਗਾ ਇੱਥੇ ਸਾਡੇ ਸਕੂਲ ਦੇ ਵਿੱਚ ਬਣਾਉਣ, ਸਾਨੂੰ ਉਹ ਸੋਹਣਾ ਲੱਗਾ ਸੀਗਾ ਵੀ ਸਾਡੇ ਵੀ ਥੋੜੀ ਜੀ ਬਣਾ ਜਾ। ਅੱਛਾ ਜੀ। ਉਹ ਜਦੋਂ ਉਧਰੋਂ ਬਣਾ ਕੇ ਉਹ 10ਵੇਂ ਮਹੀਨੇ ਦਾ ਲੱਗਾ, ਹੁਣ ਹਟਿਆ ਸੀ, ਹੁਣ ਸਾਡੇ ਕੋਲੇ ਆ ਗਿਆ। ਸਾਨੂੰ ਕਹਿੰਦਾ ਅਸੀਂ ਸਾਡੇ ਕੋਲੇ ਥੋੜੇ ਜਿਹੇ ਪੈਸੇ ਸੀਗੇ, ਅਸੀਂ ਕਿਹਾ ਜੀ ਸਾਡਾ ਸਟੇਡੀਅਮ ਇਹ ਸਜਾ ਜਾ। ਸਟੇਡੀਅਮ ਸਜਾਇਆ। ਉਦੋਂ ਬਾਅਦ ਦੇ ਵਿੱਚ ਸਾਡੇ ਗੁਰਮੀਤ ਸਿੰਘ ਦੇ ਲਟਕਾ ਜੀ ਆ, ਮੇਰੇ ਭਤੀਜਾ ਜੀ, ਇਹ ਕਹਿੰਦੇ ਵੀ ਮੈਂ ਆ 2 ਕੰਧਾਂ ਮੈਂ ਲੈਣਾ। ਫਿਰ ਸਾਨੂੰ ਗਾਂ ਦੀ ਗਾਂ ਸੰਯੋਗ ਬਾਹਰ ਲਿਆਂਦਾ ਵੀ ਮਿਲਦਾ ਰਿਹਾ, ਭੈਣ ਗਵਾੜ ਚੋਂ ਵੀ ਮਿਲਦਾ ਰਿਹਾ। ਅਸੀਂ ਗਾਂ ਦੀ ਗਾਂ ਉਵੇਂ ਤੁਰੀ ਜਾਂਦੇ ਹਾਂ ਜਿਵੇਂ ਜਿਵੇਂ ਸੰਯੋਗ ਮਿਲੀ ਜਾਂਦਾ ਜੀ। ਤੇ ਤੁਸੀਂ ਬਹੁਤ ਇਤਿਹਾਸਕ ਪੱਖ ਲਿਖਿਆ ਜਾਂ ਬਹੁਤ ਵਧੀਆ ਤਸਵੀਰਾਂ ਲਗਾਈਆਂ, ਜਿਨ੍ਹਾਂ ਦੇ ਵਿੱਚ ਰਵੀ ਸਿੰਘ ਜੀ ਖਾਲਸਾ ਏਡ ਵਾਲਿਆਂ ਦੀ ਵੀ ਹੈਗੀ ਇਹ ਤਸਵੀਰ। ਹਾਂਜੀ। ਪਰ ਲੀਡਰਾਂ ਦੀਆਂ ਤਸਵੀਰਾਂ ਨਹੀਂ ਲਾਈਆਂ ਜੀ ਤੁਸੀਂ, ਆ ਜਿਹੜੇ ਅੱਜ ਕੱਲ੍ਹ ਅਸੀਂ ਲੀਡਰਾਂ ਤੋਂ ਬਾਹਰ ਹੋ ਕੇ ਅਸੀਂ ਇਹ ਕੰਮ ਚਲਾਇਆ, ਲੀਡਰਾਂ ਦੇ ਵਿੱਚ ਹੋ ਕੇ ਨਹੀਂ ਚਲਾਇਆ ਅਸੀਂ। ਇਹ ਲੀਡਰਾਂ ਤੋਂ ਬਾਹਰ ਹੋਣ ਦਾ ਕੋਈ ਕਾਰਨ ਵੀ ਹੈ ਜੀ? ਨਹੀਂ ਜੀ, ਕੋਈ ਕਾਰਨ ਨਹੀਂ, ਸੰਯੋਗ ਸਾਨੂੰ ਸਾਰੇ ਹੀ ਦਿੰਦੇ ਆ। ਅੱਛਾ। ਹਾਂਜੀ, ਜੇ ਇੱਕ ਦਾ ਕਰਦੇ ਆ ਫਿਰ ਦੂਜਾ ਨਾਰਾਜ਼ ਹੋ ਜਾਂਦਾ। ਮੈਂ ਕਿਹਾ ਸ਼ਾਇਦ ਜਦੋਂ ਅਸੀਂ ਆਏ ਨਾ ਤੁਹਾਡੇ ਪਿੰਡ ਤੋਂ ਰੋਡ ਵੀ ਥੋੜੀ ਜਿਹੀ ਟੁੱਟਣੀ ਸ਼ੁਰੂ ਹੋਈ ਆ, ਵੀ ਸ਼ਾਇਦ ਨਾਰਾਜ਼ੇ ਹੋ ਗਏ ਵੀ ਜਦੋਂ ਤੱਕ ਮੰਤਰੀ ਸਾਹਿਬ ਸਾਡੀ ਇਹ ਸੜਕ ਨਹੀਂ ਬਣਾਉਂਦੇ ਅਸੀਂ ਫੋਟੋ ਨਹੀਂ। ਮੰਤਰੀ ਸਾਹਿਬ ਬੋਰਡ ਦੇ ਲਾ ਕੇ ਗਏ ਆ। ਅੱਛਾ। ਮੰਤਰੀ ਸਾਹਿਬ ਆਏ ਆ, ਪਰ ਅਸੀਂ ਕਿਸੇ ਮੰਤਰੀ ਸਾਹਿਬ ਦੀ ਫੋਟੋ ਨਹੀਂ ਲਾਈਗੀ। ਅਸੀਂ ਜਿਹੜੀਆਂ ਸੱਭਿਆਚਾਰ ਫੋਟੋ ਅਸੀਂ ਉਹੀ ਲਾਈਆਂ। ਮੈਂ ਇੱਕ ਹੋਰ ਚੀਜ਼ ਦੇਖਿਆ ਜੀ, ਪਿੰਡ ਦੇ ਵਿੱਚ ਜਿਹੜੇ ਘਰ ਹੈ ਜੀ, ਉਹਨਾਂ ਦੇ ਬਾਹਰ ਨਾ ਇੱਕ ਪਲੇਟਾਂ ਲੱਗੀਆਂ ਹੋਈਆਂ ਜੀ, ਨਾਮ ਲਿਖੇ ਹੋਏ ਆ, ਮੋਬਾਈਲ ਨੰਬਰ, ਪਿਤਾ ਦਾ ਨਾਮ। ਇਹ ਕੱਲੇ ਘਰ ਨੇ ਆਪਣੀਆਂ ਲਵਾਈਆਂ ਵੀ ਜੀ ਜਾਂ ਕਿਵੇਂ ਆ ਜੀ ਇਹਨਾਂ ਦਾ? ਪਹਿਲਾਂ ਅਸੀਂ ਕਿਤੇ ਵੇਖ ਕੇ ਆਏ ਸੀ ਇੱਕ ਹੋਰ ਪਿੰਡ, ਉਹ ਲੱਗੀਆਂ ਹੋਈਆਂ ਸੀਗੀਆਂ। ਅਸੀਂ ਵੀ ਫਿਰ ਉਪਰਾਲਾ ਕੀਤਾ ਵੀ ਆਪਾਂ ਇਹ ਲਾਈਏ ਜੀ। ਜਦੋਂ ਅਸੀਂ ਲਾਉਣ ਲੱਗੇ, ਅਸੀਂ ਇੱਥੇ ਬੰਦੇ ਇਕੱਠੇ ਕੀਤੇ, ਉਹਨਾਂ ਨੂੰ ਪੁੱਛਿਆ ਵੀ ਆਪਾਂ ਐਂ ਕਰਕੇ ਪਲੇਟਾਂ ਲਵਾਈਏ, ਹਰ ਇੱਕ ਦਾ ਨਾਮ, ਮੋਬਾਈਲ ਨੰਬਰ। ਕਈ ਵਾਰ ਨਹੀਂ ਬੰਦੇ ਨੂੰ ਪਤਾ ਹੁੰਦਾ, ਦੂਰ ਨੇੜੇ ਹੁੰਦਾ, ਅਗਲਾ ਫੋਨ ਕਰਕੇ ਪੁੱਛ ਲੈਂਦਾ ਬਾਈ ਜੀ ਤੁਸੀਂ ਕਿੱਥੇ ਆ। ਜੀ ਜੀ ਜੀ। ਫਿਰ ਅਸੀਂ ਜਦੋਂ ਲਾਉਣ ਲੱਗੇ, ਉਹ ਕਹਿੰਦੇ ਵੀ ਐਂ ਨਹੀਂ, ਤੁਸੀਂ ਨਹੀਂ, ਜਿੰਨੇ ਪੈਸੇ ਬਣਦੇ ਆ, ਸਾਡਾ 300 400 ਰੁਪਈਆ ਲੱਗਾ, ਸਾਡੇ ਸਾਰੇ ਗਵਾੜ ਨੇ ਦਿੱਤੇ ਆ। ਵਾਹ ਵਾਹ। ਉਹ ਵੀ ਐਸੇ ਗਵਾੜ ਚੋਂ ਸ਼ੁਰੂਆਤ ਹੋਈ ਜੀ। ਅੱਛਾ। ਐਸੇ ਗਵਾੜ ਚੋਂ ਸ਼ੁਰੂਆਤ ਹੋਈ ਜੀ ਉਹਦੀ। ਤੇ ਚਲੋ ਫਿਰ ਹੋਰ ਵੇਖ ਹੋਰ ਗਵਾੜਾਂ ਨੇ ਵੀ ਥੋੜਾ ਕੀਤਾ, ਯਾਨੀ ਜ਼ਿਆਦਾ ਇਸ ਗਵਾੜ ਤੋਂ ਹੀ ਚੱਲਿਆ ਉਹ ਜੀ। ਇੱਥੇ ਸਰਪੰਚ ਇੱਕੋ ਹੈ ਜੀ? ਆਜੋ ਅੱਗੇ ਆ। ਇੱਕੋ ਹੀ ਸਰਪੰਚ ਆ ਜੀ ਪਿੰਡ ਦਾ। ਕੌਣ ਨੇ ਜੀ ਸਰਪੰਚ ਸਾਹਿਬ ਇੱਥੇ? ਇੰਦਰ ਸ਼ਾਹ ਜੀ। ਵਧੀਆ ਪਿੰਡ ਨੂੰ ਦੇਖ ਰਹੇ ਵਧੀਆ ਜੀ, ਵਧੀਆ ਦੇਖ ਰਹੇ ਜੀ। ਤੇ ਜਿਵੇਂ ਬਹੁਤ ਸਾਰੇ ਇਹ ਤੁਸੀਂ ਕਾਰਜ ਕਰ ਰਹੇ ਹੋ, ਇਹ ਹੁਣ ਅੱਗੇ ਵਧਾਉਂਦੇ ਰਹੋਗੇ ਤੁਸੀਂ ਜਾਂ? ਜੀ ਦੇਖ ਕੇ ਜਿਵੇਂ ਹੁਣ ਗਾਂ ਦੀ ਗਾਂ ਲੋਕ ਉਤਸ਼ਾਹ ਹੋਣਗੇ ਜੀ, ਦੂਏ ਗਵਾੜਾਂ ਵਾਲੇ ਵੀ ਇਸ ਤਰ੍ਹਾਂ ਜੇ ਦੇਖਣਗੇ ਤਾਂ ਉਹ ਵੀ ਕਰਨਗੇ ਅਮਲ। ਬਾਪੂ ਜੀ ਹੁਣ ਅੰਦਰ ਖੇਤੀਬਾੜੀ ਦੇ ਛੰਦ ਪਏ ਆ ਜੀ। ਜੇ ਪੁਰਾਣੇ ਜਵਾਕਾਂ ਨੂੰ ਨਹੀਂ ਸੀ ਪਤਾ ਵੀ ਹਲ ਕੀ ਚੀਜ਼ ਆ, ਪਜਾਲੀ ਕੀ ਚੀਜ਼ ਆ, ਚਰਖਾ ਕੀ ਆ, ਉਹ ਸਭ ਕੁਝ ਅੰਦਰ ਰੱਖਿਆ ਹੋਇਆ ਜੀ। ਉਹਨੂੰ ਸਜਾਉਣਾ ਕੋਈ ਬਣਾ ਕੇ ਫਿਰ ਅੰਦਰ ਉਹ ਜਗ੍ਹਾ ਰੱਖਣਗੇ। ਇੱਕ ਫਾਇਦਾ ਤੁਸੀਂ ਹੋਰ ਕਰਤਾ, ਕਿਉਂਕਿ ਅੱਜ ਕੱਲ੍ਹ ਦੀਆਂ ਮਾਵਾਂ ਰੋਟੀ ਖਵਾਉਣ ਵੇਲੇ ਬੱਚੇ ਨੂੰ ਕਾਰਟੂਨ ਜਿਹੇ ਲਗਾ ਕੇ ਦੇ ਦਿੰਦੀਆਂ। ਸਾਡੇ ਤਾਂ ਘਰ ਆਪ ਇਹੀ ਚੱਲਦਾ ਜੀ, ਹਰੇਕ ਦੇ ਘਰ ਚੱਲਦਾ ਹੁਣ ਤੇ ਬੱਚਿਆਂ ਨੂੰ ਸੱਭਿਆਚਾਰ ਨਾਲੋਂ ਟੁੱਟਦੇ ਜਾਂਦੇ ਸੀ। ਇਹ ਵਧੀਆ ਉਪਰਾਲਾ ਹੋ ਗਿਆ ਮੇਰੇ ਖਿਆਲ ਨਾਲ, ਜਦੋਂ ਬੱਚਾ ਇੱਥੋਂ ਜਿਵੇਂ ਹੁਣ ਤਾਸ਼ ਖੇਡੀ ਜਾਂਦੇ ਜੀ, ਇਹ ਵੀ ਇੱਕ ਵਧੀਆ ਤਸਵੀਰ ਮੈਂ ਤਾਂ ਕਹਿੰਦਾ ਵਧੀਆ ਲੱਗੀ ਮੈਨੂੰ ਵੀ ਉਹ ਪੁਰਾਣਾ ਸੱਥ ਟੁੱਟਦਾ ਜਾਂਦਾ ਸੀ, ਉਹਦੇ ਨਾਲ ਲੋਕ ਜੁੜਦੇ ਆ। ਇੱਥੇ ਹੁਣ ਦੁਪਹਿਰ ਨੂੰ 8-10 ਬੰਦੇ ਹਰ ਟਾਈਮ ਬੈਠੇ ਰਹਿੰਦੇ ਆ, ਕੋਈ ਗੱਲਾਂ ਕਰੀ ਜਾਂਦਾ, ਕੋਈ ਤਾਸ਼ ਖੇਡੀ ਜਾਂਦਾ। ਇੱਕ ਪਿੰਡ ਦੀ ਇਹ ਬਾਹਰੋਂ ਕੋਈ ਬੰਦਾ ਐਂਟਰ ਕਰਦਾ, ਉਹਦੀ ਰਾਖੀ ਲਾ ਲਓ ਵੀ ਕੌਣ ਬੰਦਾ ਕਿੱਧਰ ਚਲਿਆ ਗਿਆ, ਕੈਮਰੇ ਲੱਗੇ ਆ ਜਗ੍ਹਾ। ਇਹ ਇੱਕ ਪਿੰਡ ਦਾ ਜਾਣੀ ਇਹ ਵੇਖਿਆ ਜਾਂਦਾ ਵੀ ਕਿਹੜਾ ਬੰਦਾ ਪਿੰਡ 'ਚ ਐਂਟਰ ਹੋ ਗਿਆ। ਇਹ ਵੀ ਇੱਕ ਸੱਥ ਦਾ ਆਸਰਾ ਜੀ, ਆਸਰਾ। ਤੇ ਇਹਦੇ ਨਾਲ ਮਿਲ ਕੇ ਬੱਚੇ ਵੀ ਹੁਣ ਜਿਵੇਂ ਕੋਈ ਜਾਊਗਾ, ਕਿਉਂਕਿ ਵੈਸੇ ਤਾਂ ਨਾ ਅੱਜ ਕੱਲ੍ਹ ਮੈਂ ਕਹਿੰਦਾ ਜੀ ਮਾਤਾ ਪਿਤਾ ਕੋਲ ਵੀ ਟਾਈਮ ਨਹੀਂ ਆ, ਉਹ ਸਮਝਦੇ ਆ ਵੀ ਅਸੀਂ ਆਪਣਾ ਖਹਿੜਾ ਛਡਾਈਏ ਜੀ, ਨੌਕਰੀ ਤੇ ਚੱਲੀ। ਪਰ ਹੁਣ ਜਦੋਂ ਇੱਥੋਂ ਬੱਚਾ ਕੋਈ ਗੁਜ਼ਰੂਗਾ ਤਾਂ ਉਹ ਪੁੱਛੂਗਾ ਵੀ ਇਹ ਸੀਨਰੀ ਦੇ ਵਿੱਚ ਹੈ ਕੀ ਚੀਜ਼ ਹੈ, ਹੈ ਨਾ ਜੀ? ਪੁੱਛਦਾ ਜੀ, ਪੁੱਛਦਾ। ਉਹਨਾਂ ਨੂੰ ਫਿਰ ਘਰੇ ਜਾ ਕੇ ਉਹ ਦੱਸਦੇ ਆ ਜੀ, ਆਹ ਅਸੀਂ ਉੱਥੋਂ ਸਿੱਖ ਕੇ ਆਏ ਆ ਜਾਂ ਜੋ ਵੀ ਹੈ ਅਮਲ। ਹੁਣ ਪੁਰਾਣਾ ਕਿਸੇ ਜਿਵੇਂ ਬੋਤਾ ਹੀ ਲਾ ਲਓ, ਆ ਬੋਤਾ ਹੀ ਆ ਕਿ ਹੁਣ ਪੁਰਾਣੇ ਜਵਾਕਾਂ ਨੂੰ ਕੀ ਪਤਾ ਸੀ ਬੋਤਾ ਕੀ ਚੀਜ਼ ਆ। ਚਲੋ ਅਸੀਂ ਤਾਂ ਉਹਨਾਂ 'ਚ ਵਿਜਰੇ ਆ, ਸਾਨੂੰ ਤਾਂ ਪਤਾ ਜਾਂ ਚਲਾਇਆ ਵੀ ਆ, ਤੇ ਪਰ ਹੁਣ ਦੇ ਜਵਾਕਾਂ ਨੂੰ ਤਾਂ ਕੋਈ ਪਤਾ ਨਹੀਂ ਸੀ ਬੋਤਾ ਕੀ ਆ। ਹੁਣ ਇਹਨੂੰ ਦੇਖ ਕੇ ਪਤਾ ਲੱਗਦਾ ਬਿਲਕੁਲ ਜੋ ਵੀ ਆ।
ਬਿਲਕੁਲ ਬਿਲਕੁਲ ਸਹੀ ਹੈ। ਕਿਵੇਂ ਡਾਕਟਰ ਸਾਹਿਬ ਹਨਾ ਇਸ ਚੀਜ਼ ਨੂੰ ਤੁਸੀਂ ਵੀ ਮੰਨਦੇ ਹੋ ਵੀ ਹੁਣ ਬੱਚੇ ਵੀ ਜਿਹੜੇ ਹੈਗੇ ਆ ਇਹਦੇ ਨਾਲ ਜਾਗਰੂਕ ਹੋਣਗੇ ਜਾਂ ਆਪਣੇ ਸੱਭਿਆਚਾਰ ਬਾਰੇ ਆਪਣੇ ਇਤਿਹਾਸ ਬਾਰੇ ਜਾਣਕਾਰੀ ਲੈ ਸਕਣਗੇ? ਬਿਲਕੁਲ ਬਿਲਕੁਲ ਜੀ, ਆਉਣ ਵਾਲੀ ਜਨਰੇਸ਼ਨ ਜਿਹੜੀ ਉਹਦੇ ਤੇ ਬਹੁਤ ਵੱਡਾ ਇਹਦਾ ਅਸਰ ਪਊਗਾ ਜੀ। ਜਿਹੜੇ ਹੁਣ ਤੇ ਇੱਥੇ ਤਾਂ ਹੈਗੇ ਜਿਹੜੇ ਸਾਡੇ ਹੁਣ ਬੱਚੇ ਬਾਹਰ ਆਉਣਗੇ ਜਿਹੜੇ ਉਧਰ ਬੋਰਨ ਹੋਏ ਆ, ਉਹ ਵੀ ਇੱਥੇ ਸਾਨੂੰ ਆ ਕੇ ਪੁੱਛਣਗੇ ਆ ਕੀ ਹੈ, ਕੀ ਬਣਾਇਆ, ਇਹਦੇ ਬਾਰੇ ਕੀ ਸਾਨੂੰ ਦੱਸੋ। ਤੇ ਕੁਛ ਨਾ ਕੁਛ ਉਹਨਾਂ ਦੀ ਵਿਗਿਆਨ 'ਚ ਵਾਧਾ ਹੋਊਗਾ, ਸਾਡੇ ਇਸ ਚੰਗੇ ਪਾਸੇ ਲੱਗਣਗੇ, ਉਹਨਾਂ ਨੂੰ ਪਤਾ ਲੱਗੂ ਸਾਡੇ ਪੁਰਾਤਨ ਵਿਰਸੇ ਦਾ, ਕਲਚਰ ਦਾ। ਬਿਲਕੁਲ ਜੀ। ਸੋ ਲੋਕਾਂ ਨੇ ਕਹਿਣਾ ਯਾਰ ਤੁਸੀਂ ਕਿਸੇ ਨੇ ਵੀ ਮਾਸਕ ਨਹੀਂ ਲਾਏ, ਪਰ ਬਾਪੂ ਜੀ ਹੈਗੇ ਸਾਡੇ ਕੋਲ ਮਾਸਕ ਲਗਾਏ ਬੈਠੇ ਆ। ਨਹੀਂ ਬਾਪੂ ਜੀ, ਕਰੋਨਾ ਦੇ ਡਰ ਤੋਂ ਬਿਲਕੁਲ ਇਹ ਜਾਇਜ਼ ਚੀਜ਼ ਆ ਜੀ, ਜਿਹੜੀ ਬਿਮਾਰੀ ਚੱਲੀ ਹੋਈ ਹੈ ਜੀ। ਹਾਂਜੀ ਹਾਂ। ਠੀਕ ਹੈ ਜੀ। ਤੇ ਤੁਸੀਂ ਇੱਕ ਸੂਝਵਾਨ ਨਿਕਲੇ ਆ ਜੀ। ਨਹੀਂ ਸੂਝਵਾਨ ਦੀ ਗੱਲ ਨਹੀਂ ਜੀ। ਹਾਂਜੀ ਹਾਂਜੀ ਮੈਨੂੰ ਹੁਣ ਫੋਨ ਆ ਜੇ ਪਿੰਡ ਚੋਂ ਹਾਂਜੀ ਵੀ ਸਾਨੂੰ ਕੰਮ ਹੈ ਧਰਮਕੋਟ ਜਾਣਾ ਤੇ ਮੈਨੂੰ ਜਾਣਾ ਪੈਂਦਾ, ਮੇਰੇ ਜੇਬ 'ਚ ਹੀ ਹੁੰਦਾ, ਉਹਦੇ ਹੀ ਬੰਨ ਲੈਣੇ। ਬੰਨ ਲੈਣਾ ਉਦੋਂ ਹੀ। ਹਾਂ, ਕਿਸੇ ਨੂੰ ਜਵਾਬ ਨਹੀਂ, ਪਿੰਡ ਤੋਂ ਜਿਹੜਾ ਆ ਗਿਆ ਤੋਰੀ ਜਾਣੇ ਉਹਦੇ ਤੁਸੀਂ ਨਾਲ। ਇਕੱਲਿਆਂ ਨਹੀਂ, ਸਾਨੂੰ ਤਾਂ ਗਾਲਾਂ ਸਾਰਿਆਂ ਨੂੰ ਪਵਾ ਦੇਣੀਆਂ ਹੁਣ। ਕਿਉਂ? ਵੀ ਤੁਹਾਡੇ ਕਿੱਥੇ ਗਏ ਮਾਸਕ ਭਾਈ? ਉਹ ਬਾਬਾ ਜੀ ਲਈ ਬੈਠੇ ਆ। ਨਹੀਂ, ਮੇਰੇ ਜੇਬ 'ਚ ਮੇਰੀ ਆਦਤ ਹੀ ਬਣੀ ਹੈ ਜੀ ਇਹ। ਜਿਹੜੀ ਕਰ ਤੁਰਨਾ ਨੂੰ ਮੋਟਰਸਾਈਕਲ ਬਣੇ। ਆਜੋ ਆਜੋ ਅੱਗੇ ਨੂੰ ਆਜੋ। ਨਹੀਂ ਮੈਂ ਜੀ ਇੰਨੀ ਗੱਲ ਨਹੀਂ ਨਹੀਂ ਥੋੜੀ ਉਹ ਕਰਨੀ ਹੈ ਜੀ ਆਪਾਂ ਨੇ। ਆਜੋ। ਜਦੋਂ ਤੱਕ ਬਜ਼ੁਰਗ ਕਿਸੇ ਚੀਜ਼ ਦੇ ਵਿੱਚ ਸ਼ਾਮਿਲ ਨਾ ਹੋਣ ਉਦੋਂ ਤੱਕ ਸਵਾਦ ਨਹੀਂ ਆਉਂਦਾ, ਕਿਉਂਕਿ ਉਹਦਾ ਗੱਲ ਠੀਕ ਹੈ ਜੀ। ਬਜ਼ੁਰਗ ਅਸਲ ਬੋੜ ਹੁੰਦੇ ਆ ਜੀ ਪਿੰਡ ਦਾ। ਹਾਂ ਉਹ ਤਾਂ ਠੀਕ ਹੈ ਜੀ। ਹੈ ਨਾ ਜੀ? ਹਾਂਜੀ ਹਾਂ। ਤੇ ਬਾਪੂ ਜੀ ਹੁਣ ਤੱਕ ਬਹੁਤ ਚੀਜ਼ਾਂ ਤੁਸੀਂ ਪਿੰਡ ਦੇ ਵਿੱਚ ਵੇਖੀਆਂ, ਪਰ ਜਿਹੜੀ ਆ ਚੀਜ਼ ਕੀਤੀ ਹੈ ਨੌਜਵਾਨਾਂ ਨੇ ਕੀਤੀ ਹੈ ਤੇ ਬਜ਼ੁਰਗਾਂ ਨੇ ਵੀ ਵਿੱਚ ਸਾਥ ਦਿੱਤਾ ਜੀ, ਤੇ ਤੁਸੀਂ ਕਿਵੇਂ ਵੇਖਦੇ ਹੋ ਉਹਨੂੰ ਵੀ ਜੋ ਪਿੰਡ 'ਚ ਹੁਣ ਹੋਇਆ? ਨਹੀਂ ਸਾਥ ਅਸੀਂ ਪੂਰਾ ਦੇਈਦੇ ਜੀ ਇਹਨਾਂ ਨੂੰ। ਇਹ ਪਾਲਾ ਸਿੰਘ ਖੜਾ ਹਾਂਜੀ। ਮਾੜਾ ਜਿਹਾ ਕਵੀ ਇੰਨੇ ਪੈਸੇ ਉਦੋਂ ਇਹਨੂੰ ਪੈਸੇ ਮਿਲ ਜਾਣੇ, ਇਹ ਕਵੀ ਇੱਥੇ ਆਣ ਕੇ ਕੰਮ ਕਰੂ ਉਦੋਂ ਇੱਥੇ ਕੰਮ ਕਰਨਾ। ਤੁਹਾਡੀ ਖਜ਼ਾਨਚੀ ਦੀ ਡਿਊਟੀ ਲੱਗਦੀ ਆ? ਨਹੀਂ ਨਹੀਂ, ਖਜ਼ਾਨਚੀ ਦੀ ਨਹੀਂ। ਹਾਂਜੀ। ਖਜ਼ਾਨਚੀ ਇਹੀ ਆ ਪਾਲਾ ਸਿੰਘ ਜੀ। ਅੱਛਾ ਅੱਛਾ। ਤੁਹਾਡਾ ਨਾਮ ਕੀ ਬਾਪੂ ਜੀ? ਨੈਬ ਸਿੰਘ ਨੈਬ ਸਿੰਘ, ਮੈਂਬਰ ਪੰਚਾਇਤ ਹੋ? ਮੈਂਬਰ ਹੈ ਜੀ। ਠੀਕ ਹੈ ਜੀ। ਪੰਚਾਇਤ ਵਧੀਆ ਕੰਮ ਕਰੀ ਜਾਂਦੀ ਹੈ? ਪੰਚਾਇਤ ਦਾ ਵੀ ਸਹਿਯੋਗ ਆ ਜੀ? ਨਹੀਂ, ਪੰਚਾਇਤ ਦਾ ਸਹਿਯੋਗ ਹੈ ਜੀ। ਸਾਡੇ ਮੈਂਬਰ ਰੌਲਾ ਪਾਉਂਦੇ ਸੀ, ਮੇਰਾ ਵਾਰਡ ਬਾਹਰ ਹੈ ਤੇ ਮੇਰਾ ਇੱਕ ਵਾਰਡ ਇਹ ਹੈ, ਤੇ ਮੈਨੂੰ ਕਹਿੰਦੇ ਆਪਦੇ ਵਾਰਡ 'ਚ ਬਣਾਈ ਜਾਂਦੇ, ਦੂਜੇ ਵੀ ਮੈਂਬਰ ਰੌਲਾ ਪਾਉਂਦੇ ਸੀ। ਫਿਰ ਸਾਡੀ ਸਰਪੰਚ ਹੈ, ਉਹ ਕੁੜੀ ਹੈ ਸਾਡੀ ਨੂੰਹ ਲੱਗਦੀ ਹੈ, ਉਹ ਕਹਿੰਦੀ ਅਖਬਾਰ ਮੈਂ ਬਣਾ ਰਹੀ ਹਾਂ, ਕੋਈ ਮੈਂਬਰ ਨਹੀਂ ਬਣਾਉਂਦਾ, ਮੈਂ ਬਣਾਉਣਾ ਇਹ ਤਾਂ। ਉਹ ਰੁਕੀ ਨਹੀਂ, ਸਾਰੇ ਅਖਬਾਰ ਤੋਂ ਲੱਤਾਂ ਖਿੱਚਣ ਵਾਲੇ ਵੀ ਹੈਗੇ ਵਿੱਚ ਕੁਛ ਨਾ। ਇੱਥੇ ਨਹੀਂ ਜੀ ਸਾਡੇ ਅਖਬਾਰ 'ਚ, ਉਹ ਤਾਂ ਸਾਡਾ ਸਤਜੁਗੀ ਅਖਬਾਰ ਹੈ ਜੀ। ਫੇਰ ਤੇ ਬਹੁਤ ਵਧਾਈਆਂ ਤੁਹਾਨੂੰ। ਇਹ ਮੰਨਣ ਵਾਲੀ ਗੱਲ ਹੈ ਜੀ, ਇਹਦਾ ਪ੍ਰਮਾਤਮਾ ਵੱਲੋਂ ਕਿਰਪਾ ਹੈ ਅਖਬਾਰ ਤੇ ਹੱਦੋਂ ਵੱਧ। ਕਿਸੇ ਨੇ ਵੀ ਜਵਾਬ ਨਹੀਂ ਦੇਣਾ, ਕਿਸੇ ਕੋਲੋਂ ਵੀ ਕਹਦਾ ਤਿਆਰ। ਵਾਰਡ ਮਤਲਬ ਕਿ ਆਪੇ ਕੀਤੀ ਹੋਈ ਵਾਰਡਬੰਦੀ ਜਾਂ ਕੋਈ ਪੁੱਠਾ ਕੰਮ ਕਰਤਾ ਜੀ ਸਾਨੂੰ। ਹੁਣ ਘਰ ਸਾਡੇ ਇਹ ਨਹੀਂ, ਇੱਧਰ ਹੀ ਹੈ, ਤੇ ਕਰਦਾ ਬਾਹਰ, ਵਾਰਡ ਬਾਹਰ ਹੈ, ਮੇਰਾ ਘਰ ਬਾਹਰ ਹੈ। ਅੱਛਾ, ਸਰਕਾਰ ਨੇ ਵਾਰਡਬੰਦੀ ਕੀਤੀ ਹੋਈ ਹੈ। ਜੇ ਨਾ ਵਾਰਡਬੰਦੀ ਉਹ ਫਿਰ ਤਾਂ ਅਖਬਾਰ ਤਾਂ ਕਹਿੰਦਾ ਵੀ ਇੱਧਰ ਹੀ ਰਹਿ। ਇਹ ਫਿਰ ਵੀ ਮੈਨੂੰ ਮੈਂਬਰ ਮੰਨਦੇ ਆ, ਬਣਿਆ ਮੈਂ ਬਾਹਰਲੇ ਵਾਰਡ 'ਚ। ਅਖਬਾਰ ਵਾਲੇ ਫਿਰ ਵੀ ਕਹਿੰਦੇ ਤੂੰ ਹੈ ਸਾਡਾ। ਆ ਪਾਲਾ ਸਿੰਘ, ਕੋਈ ਗੱਲ ਹੋਵੇ ਸਾਰਿਆਂ ਨੂੰ ਵਾਧੂ ਮਾਣ ਕਰਦੇ ਤੂੰ ਹੈ। ਜੇ ਪ੍ਰਭਾਤ ਫੇਰੀ ਆਈ ਹੈ, ਇਹ ਕਹਿੰਦੇ ਇੱਧਰ ਆ, ਇੱਧਰ ਤੂੰ ਮੂਰੇ ਹੈ, ਜੇ ਸੁਣੋ ਬਾਦੋਣੇ ਮੈਨੂੰ ਤੁਹਾਡੀ ਆਵਾਜ਼ 'ਚ ਗੜਾਕਾ ਹੀ ਬਹੁਤ ਹੈ ਜੀ, ਫਿਰ ਕਿਉਂ ਨਹੀਂ ਹੋਵੋਗੇ ਤੁਸੀਂ ਮੂਰੇ? ਸੋ ਬਜ਼ੁਰਗ ਖੁਸ਼ੀ ਚੰਗੇ ਲੱਗਦੇ ਨੇ ਬਜ਼ੁਰਗ, ਜਦੋਂ ਤੱਕ ਆਵਾਜ਼ ਦੇ ਵਿੱਚ ਨਹੀਂ ਮੰਨਦੀ ਗੜਾਕਾ ਹੋਵੇ ਨਾ ਜੀ, ਉਦੋਂ ਤੱਕ ਹੀ ਭਾਜਣਾ ਜੀ। ਸੇਵਾ ਭਾਵਨਾ ਹੱਦੋਂ ਵੱਧ ਆ ਵੀ। ਅਸੀਂ ਵੀ ਉਦੋਂ ਇੱਟਾਂ ਜੀਆਂ ਭਰਦੇ ਸੀ ਵੱਡੇ ਰਾਹ 'ਚੋਂ, ਇੱਟਾਂ 2 ਦਿਨ ਹੀ ਅੱਧਾ ਫਟਿਆ, ਤੇ ਮੈਂ ਕਿਹਾ ਵੀ ਆਪ ਨਾਲ ਲੱਗੂ। ਜਦੋਂ ਮੈਂ ਨਾਲ ਲੱਗ ਗਿਆ, 2-3 ਦਿਨ ਬਿਮਾਰ ਤਾਂ ਮੈਂ ਰਿਹਾ, ਤੇ ਪਰ ਉਹਦੀ ਅੱਧਾ ਰਾਹ ਪੱਟਿਆ ਕਿਤੇ। ਮੈਂ ਕਿਹਾ ਦਿਨ ਨਹੀਂ ਛਿਪਣਾ ਚਾਹੀਦਾ, ਪਹਿਲਾਂ ਪੱਟਣੇ, ਤੇ ਪੜਤਾ। ਇੱਕ ਫੋਟੋ ਹੁਣ ਮੈਂ ਪਿੰਡ ਵਾਲਿਆਂ ਨੂੰ ਕਹਿਣਾ ਵੀ ਆ ਬਾਪੂ ਜੀ ਦੀ ਵੀ ਫੋਟੋ ਲਾਏ ਨੇ। ਇੱਕ ਤਾਂ ਇਹਦੇ ਮੈਂ ਉਲਟਾ ਆ ਬੋਲਿਆ ਵੀ ਪਹਿਲੀ ਵਾਰ ਹੈ ਮੈਂ ਬੋਲਿਆ, ਮੈਂ ਕਿਤੇ ਸਟੇਜ ਤੇ ਨਹੀਂ ਬੋਲਿਆ। ਇਹ ਮੱਖਣੀ ਬੋਲਦਾ ਜੀ, ਇਹ ਡਾਕਟਰ ਸਾਹਿਬ। ਅੱਛਾ ਅੱਛਾ ਜੀ। ਬਾਪੂ ਜੀ ਤੁਹਾਡਾ ਕੀ ਨਾਮ ਹੈ ਜੀ? ਨਰਾਮ ਸਿੰਘ ਜੀ। ਕਿਵੇਂ ਵੇਖਦੇ ਹੋ ਜੀ ਜੋ ਇਹ ਕੰਮ ਕੀਤਾ ਹੈ ਜੀ? ਵਧੀਆ ਜੀ, ਵਧੀਆ। ਤੁਸੀਂ ਸਾਥ ਦੇ ਰਹੇ ਹੋ ਜੀ ਨਾਲ? ਜ਼ਰੂਰ ਜੀ। ਬਾਬਾ ਜੀ ਦੇ ਨਾਲ ਹੋ ਜੀ? ਅਸੀਂ ਸਫਾਈ ਵਾਲੇ ਜੀ ਹੁੰਨੇ ਜੀ ਨਾਲ। ਸਫਾਈ ਵਾਲਿਆਂ 'ਚ? ਅੱਛਾ ਅੱਛਾ ਜੀ, ਠੀਕ ਹੈ, ਚੰਗੀ ਗੱਲ ਹੈ ਜੀ। ਤੇ ਜਿਹੜੇ ਸਾਫ਼ ਸਫਾਈ ਹੈ ਜੀ, ਇਹ ਆਪ ਹੀ ਨੌਜਵਾਨ ਵਗੈਰਾ ਕਰਦੇ ਜੀ ਸਾਰੇ? ਇਹ ਪਿੰਡ ਦੀ ਜਿਹੜੀ ਆ ਸਾਡੇ ਗਵਾੜ ਦੀ ਤਾਂ ਅਸੀਂ ਆਪ ਹੀ ਸਫਾਈ ਕਰਾਉਂਦੇ ਆ ਜੀ। ਅੱਛਾ ਜੀ। ਆਪ ਬੀਬੀਆਂ ਨੂੰ ਸਾਰੀਆਂ ਨੂੰ ਸਮਝਾਇਆ ਵੀ ਆਪਦੇ ਆਪਦੇ ਘਰਾਂ ਮੂਹਰੇ ਸਫਾਈ ਰੱਖਣੀ ਹੈ। ਜਿਵੇਂ ਹੁਣ ਨਾਲੀਆਂ ਹੀ ਕਢਾਉਣੀਆਂ, ਮਹੀਨੇ 1.5 ਮਹੀਨੇ ਬਾਅਦ ਅਸੀਂ ਆਪਦੇ ਕੋਲੋਂ ਪੈਸੇ ਖਰਚ ਕੇ ਉਹ ਬੰਦੇ ਲਿਆਉਣੇ 2-3 ਸਫਾਈ ਵਾਲੇ। ਜੀ ਜੀ। ਉਹਨਾਂ ਨੇ ਅੱਜ ਸਾਫ਼ ਕਰਤੀਆਂ, ਕੱਲ ਨੂੰ ਸੁੱਕ ਗਿਆ ਉਹ ਸਾਰਾ ਚੱਕ ਕੇ ਬਾਹਰ ਸਿੱਟ ਕੇ ਆਉਣਾ। ਉਹ ਮੁੰਡੇ ਟਰੈਕਟਰ ਟਰਾਲੀਆਂ ਲਾਉਂਦੇ, ਉਹਦੇ ਉਹ ਮਗਰ ਦੀ ਮਗਰ ਧੋ ਕੇ ਐਨ ਬਿਲਕੁਲ ਪਤਾ ਲੱਗਣਾ ਵੀ ਇੱਥੇ ਕੱਲ ਨਾਲੀ ਕੱਢੀ ਸੀ ਕਿ ਨਹੀਂ ਕੱਢੀ। ਅੱਛਾ ਜੀ। ਇਹ ਸਾਰੇ ਗਵਾੜ ਦੀ ਸ਼ੌਕ ਵੀ ਹੈ ਜੀ, ਸਾਰਿਆਂ ਨੂੰ ਸ਼ੌਕ ਹੈ ਜੀ, ਸਾਰੇ ਸਹਿਯੋਗ ਵੀ ਦਿੰਦੇ ਇਸ ਕੰਮ 'ਚ। ਹੁਣ ਸਾਡੀਆਂ ਬੀਬੀਆਂ ਬੈਠੀਆਂ ਜੀ, ਇਹਨਾਂ ਦਾ ਵੀ ਬੜਾ ਸਾਨੂੰ ਸਹਿਯੋਗ ਹੈ ਜੀ। ਅੱਛਾ ਜੀ। ਬੀਬੀ ਦਲਜੀਤ ਕੌਰ ਹੈ, ਕੈਨੇਡਾ 'ਚੋਂ ਆਏ, ਸਾਨੂੰ ਇਹਨਾਂ ਨੇ ਰੁਪਈਆ ਵੀ 11,000 ਦਿੱਤਾ ਇਸ ਕੰਮ ਦੀ ਖਾਤਰ। ਵਾਹ। ਤੇ ਸਾਡੇ ਇੱਥੇ ਆਹ ਜਿਹੜੇ ਕੰਮ ਕਰਦੇ ਆ
ਪੇਂਟਿੰਗ ਵਾਲੇ ਜਿਹੜੇ ਪੇਂਟਰ ਹੈ ਉਹਦਾ 3-4 ਬੰਦੇ ਹੁੰਦੇ ਆ, ਅਸੀਂ 15-20 ਜਣੇ ਇੱਥੇ ਵੈਸੇ ਹੀ ਬੈਠੇ ਹੁੰਦੇ ਆ। ਅੱਛਾ ਜੀ। ਸਾਨੂੰ ਜੇ ਚਾਹ ਪਾਣੀ ਵੀ ਬਣਨਾ ਜਾਂ ਸ਼ਾਮ ਨੂੰ ਠੰਡਾ ਪਾਣੀ ਬਣਾ ਕੇ ਦੇਣਾ, ਇਹਨਾਂ ਨੇ 20 ਬੰਦਿਆਂ ਦੇ ਬਣਾ ਕੇ ਦੇਣਾ ਆਪਦੇ ਕੋਲੋਂ। ਅਸੀਂ ਇਹਨੂੰ ਕਿਹਾ ਸੀ 1-2 ਵਾਰੀ, ਕਿਹਾ ਭਾਈ ਸਾਡੇ ਤੋਂ ਪੈਸੇ ਲੈ ਲਓ ਜਾਂ ਹੋਰ ਕੋਈ ਕਰ ਲਓ, ਕਹਿੰਦੇ ਨਹੀਂ ਮੇਰਾ ਵੀ ਸੇਵਾ 'ਚ ਹਿੱਸਾ ਪੈ ਜੂ। ਨਾਲ ਤਾਂ ਸਾਨੂੰ 11,000 ਰੁਪਈਆ ਦਿੱਤਾ, ਸ਼ਾਮ ਨੂੰ ਸਾਡਾ ਪਾਣੀ ਦਾ 10-20 ਬੰਦਿਆਂ ਦਾ ਇੰਤਜ਼ਾਮ ਇਹਨਾਂ ਨੇ ਠੰਡੇ ਪਾਣੀ ਦਾ ਕਰਨਾ ਜੀ। ਇਹਨਾਂ ਨੂੰ ਵੀ ਸ਼ੌਕ ਹੈ ਜੀ। ਸੋ ਬਹੁਤ ਵਧਾਈ ਦੇ ਪਾਤਰ ਹੈ ਇਹ ਭੈਣਾਂ ਵੀ, ਇੱਥੋਂ ਦੀਆਂ ਮਾਵਾਂ ਤੇ ਧੀਆਂ ਵੀ ਬਹੁਤ ਵਧਾਈ ਦੀਆਂ ਪਾਤਰ ਨੇ। ਸੋ ਇਹ ਪੇਂਟਿੰਗ ਹੈ ਜੀ, ਸੋ ਇੱਕ ਸੱਭਿਆਚਾਰ ਦੀ ਝਲਕ ਜਿਹੜੀ ਪੈ ਰਹੀ ਹੈ। ਸੋ ਬੈਠੇ ਨੇ ਇੱਥੋਂ ਦੀਆਂ ਬੀਬੀਆਂ। ਸਤਿ ਸ੍ਰੀ ਅਕਾਲ ਜੀ, ਠੀਕ ਹੋ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਕੰਮ ਕਰਤਾ ਜੀ, ਵਧਾਈਆਂ ਜੀ ਪਹਿਲਾਂ ਤਾਂ ਜੀ ਤੁਹਾਨੂੰ। ਜੀ ਤੁਹਾਨੂੰ ਵੀ ਵਧਾਈਆਂ ਜੀ, ਪੱਤਰਕਾਰ ਤੁਸੀਂ ਆਉਣ ਦਾ ਤੁਹਾਨੂੰ ਮੌਕਾ ਮਿਲਿਆ ਜੀ। ਨਹੀਂ ਜੀ, ਸਾਨੂੰ ਮਿਲ ਕੇ ਸਾਨੂੰ ਤੇ ਖੁਸ਼ੀ ਬਹੁਤ ਹੋਈ ਜੀ। ਅਸੀਂ ਤਾਂ ਐਡੀ ਦੂਰੋਂ ਚੱਲ ਕੇ 200 ਕਿਲੋਮੀਟਰ ਆਏ ਹਾਂ। ਅਸੀਂ ਕਿਹਾ ਨਹੀਂ ਤਾਂ ਹੋਰ ਚੈਨਲ ਵਾਲਿਆਂ ਨੇ ਪਹਿਲਾਂ ਕਰ ਦੇਣੀ, ਅਸੀਂ ਜਾਈਏ ਪਹਿਲਾਂ। ਹਾਂਜੀ ਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਹਾਂਜੀ ਹਾਂਜੀ। ਤੇ ਕਿਸ ਤਰ੍ਹਾਂ ਮਤਲਬ ਕਿ ਕਿੰਨੇ 25 ਕੁ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਇਹ ਸਾਰਾ ਕੁਝ, ਨੌਜਵਾਨ ਵੀ ਕਰੀ ਜਾਂਦੇ ਆ, ਤੇ ਤੁਹਾਡਾ ਕਿਸ ਤਰ੍ਹਾਂ ਦਾ ਔਰਤਾਂ ਦਾ ਸਹਿਯੋਗ ਇਹਦੇ ਵਿੱਚ ਰਿਹਾ ਜੀ? ਬਸ ਅਸੀਂ ਨੌਜਵਾਨਾਂ ਦੇ ਨਾਲ ਹੀ ਹਾਂ ਜੀ, ਜਿੱਦਾਂ ਇਹ ਕਰੀ ਜਾਂਦੇ ਅਸੀਂ ਵੀ ਠੀਕ ਹਾਂ ਉਹਨਾਂ ਦੇ ਨਾਲ। ਤੇ ਪਹਿਲੇ ਮਤਲਬ ਕਿ ਤੁਹਾਡਾ ਕੋਈ ਘਰ ਦੀ ਕੰਧ ਵੀ ਹੈਗੀ ਹੈ ਜੀ, ਜਿਹਦੇ ਉੱਤੇ ਤੁਸੀਂ ਆਪਣੀ ਕੰਧ ਦਿੱਤੀ ਹੈ ਘਰ ਦੀ? ਹਾਂਜੀ, ਆਹ ਨਾਲ ਵਾਲੀ ਆ ਜੀ ਸਾਡੀ। ਅੱਛਾ, ਨਾਲ ਵਾਲੀ। ਹਾਂਜੀ, ਆ ਵੀ ਸਾਡੇ ਹੀ ਆ। ਨਾਲ ਦੀ ਨਾਲ ਹੀ ਸਹਿਮਤ ਹੋ ਗਏ ਸੀ ਤੁਸੀਂ ਕਿ ਪਹਿਲੇ ਜੀ ਮਨਾ ਕੀਤਾ? ਨਹੀਂ ਜੀ, ਮਨਾ ਕਿਹੜੀ ਗੱਲ ਤੋਂ ਕਰਨਾ ਸੀ, ਅਸੀਂ ਤਾਂ ਸਹਿਮਤ ਸੀ ਪਹਿਲਾਂ ਹੀ। ਹਾਂਜੀ ਹਾਂਜੀ। ਕਿਉਂਕਿ ਘਰਾਂ ਦੀਆਂ ਵੈਸੇ ਵੀ ਦਿੱਖ ਸੋਹਣੀ ਹੋ ਗਈ ਹੈ ਨਾ ਜੀ। ਹਾਂਜੀ, ਬਹੁਤ ਵਧੀਆ ਹੋ ਗਿਆ ਜੀ। ਮਤਲਬ ਕਿ ਜਿਹੜਾ ਇਹ ਮਨਾ ਕਰੂਗਾ ਤਾਂ ਉਹ ਕਿਸੇ ਨਾ ਕੋਈ ਕਾਰਨ ਹੋਊਗਾ, ਪਰ ਮੇਰੇ ਹਿਸਾਬ ਦੇ ਨਾਲ ਇਸ ਤੋਂ ਵਧੀਆ ਪੇਂਟ ਨਹੀਂ ਕੋਈ ਹੋ ਸਕਦਾ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਜੀ। ਬੱਚਿਆਂ ਨੂੰ ਸੇਧ ਦੇਣ ਵਾਸਤੇ ਬਹੁਤ ਵਧੀਆ ਬਣਾਇਆ ਬਖਾਪੁਰ ਪੱਤੀ ਵਾਲਿਆਂ ਨੇ। ਤੇ ਪਿੰਡ 'ਚ ਵੀ ਹੋਣਾ ਚਾਹੀਦਾ ਇਸ ਤਰ੍ਹਾਂ। ਹਾਂਜੀ, ਸਾਰੇ ਪਿੰਡ 'ਚ ਹੋਣਾ ਚਾਹੀਦਾ, ਸਾਰੇ ਵਾਮ ਪੱਤੀਆਂ ਨੂੰ ਸਹਿਯੋਗ ਦੇਣਾ ਚਾਹੀਦਾ। ਹਾਂਜੀ ਬਿਲਕੁਲ ਜੀ। ਮਾਤਾ ਜੀ, ਨਾਮ ਕੀ ਤੁਹਾਡਾ? ਮੇਰਾ ਨਾਮ ਦਲਜੀਤ ਕੌਰ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਗੱਲ ਕਰਨ ਲਈ। ਥੈਂਕ ਯੂ ਜੀ, ਬਹੁਤ। ਸੋ ਮਾਤਾ ਜੀ ਦਾ ਵੀ ਕਹਿਣਾ ਹੈ ਕਿ ਪੂਰੇ ਪਿੰਡ 'ਚ ਹੋਣਾ ਚਾਹੀਦਾ। ਮੈਂ ਕਹਿੰਦਾ ਇਸੇ ਪਿੰਡ 'ਚ ਨਹੀਂ, ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ। ਜਦੋਂ ਇਹ ਪਿੰਡ ਨੇ ਹੁਣ ਹੰਬਲਾ ਇੱਕ ਮਾਰਿਆ, ਜਦੋਂ ਇਹ ਪਿੰਡ ਹੰਬਲਾ ਮਾਰ ਚੁੱਕਿਆ ਹੈ, ਤਾਂ ਮੇਰੇ ਹਿਸਾਬ ਦੇ ਨਾਲ ਇਸ ਪਿੰਡ ਨੂੰ ਵੇਖ ਕੇ ਹੁਣ ਸਰਕਾਰਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਤੇ ਸਰਕਾਰਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰ, ਕਿਉਂਕਿ ਇੱਕ ਨਵੀਂ ਚੀਜ਼ ਵੇਖੀ ਹੈ ਤੇ ਇਹ ਚੀਜ਼ ਸਿਰਫ ਇੱਕ ਪਿੰਡ ਦੀ ਦਿੱਖ ਨੂੰ ਖੂਬਸੂਰਤ ਨਹੀਂ ਬਣਾਉਂਦੀ। ਇਹ ਪਿੰਡ ਨੇ ਇਤਿਹਾਸ ਨੂੰ ਸੰਭਾਲਿਆ ਕੰਧਾਂ ਦੇ ਉੱਤੇ। ਮੈਂ ਕਹਿੰਦਾ ਇਹ ਪਿੰਡ ਵੀ ਇਤਿਹਾਸਕ ਬਣ ਗਿਆ, ਕਿਉਂਕਿ ਜਿਹਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਜਦੋਂ ਸ਼ੁਰੂਆਤ ਕਰਨ ਵਾਲੇ ਜਿਹੜੇ ਲੋਕ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਨੇ, ਜਿਹੜੇ ਲੋਕ ਮੂਹਰੇ ਹੁੰਦੇ ਨੇ, ਤਾਂ ਉਹ ਯੋਧਿਆਂ ਦੇ ਵਿੱਚ ਜਾਂ ਫਿਰ ਉਹ ਇਤਿਹਾਸਕ ਪੱਖਾਂ ਦੇ ਵਿੱਚ ਆ ਜਾਂਦੇ ਨੇ। ਸੋ ਇਹ ਕਿਸ਼ਨਪੁਰਾ ਕਲਾਂ ਪਿੰਡ ਜਿਹੜਾ ਹੈਗਾ ਇਹ ਮੋਗਾ ਜ਼ਿਲ੍ਹੇ ਦਾ, ਉਹਦੇ ਵਸਨੀਕ ਜਿਹੜੇ ਹੈਗੇ ਆ ਇਸ ਪੱਤੀ ਦੇ, ਬਖਾਪੁਰ ਪੱਤੀ ਜਿਹੜੀ ਹੈਗੀ ਹੈ ਪਿੰਡ ਦੀ, ਸੋ ਉਸ ਪੱਤੀ ਦੇ ਪਿੰਡ, ਇਸ ਪੱਤੀ ਦੇ ਲੋਕ ਜਿਹੜੇ ਹੈਗੇ ਨੇ ਉਹ ਸੱਚਮੁੱਚ ਇਤਿਹਾਸ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸੋ ਨੌਜਵਾਨ ਵੀਰ ਜੀ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ? ਰੁਪਿੰਦਰ ਸਿੰਘ ਹੈ ਜੀ। ਰੁਪਿੰਦਰ ਸਿੰਘ ਜੀ, NRI ਹੋ ਜੀ? ਹਾਂਜੀ, ਕਹਿ ਸਕਦੇ ਹਾਂ, ਹੁਣ ਤਾਂ ਪਿੰਡ 'ਚ ਹੀ ਹਾਂ ਜੀ, ਪਿੰਡ ਵਾਲੇ ਹੀ ਹਾਂ। ਹਾਂਜੀ। ਕਿਹੜੇ ਦੇਸ਼ ਰਹਿੰਦੇ ਹੋ ਜੀ? ਕੈਨੇਡਾ ਰਹਿੰਦੇ ਜੀ। ਕੈਨੇਡਾ। ਹਾਂਜੀ। ਤੇ ਹੁਣ ਲੋਕਡਾਊਨ ਕਰਕੇ ਨਹੀਂ ਜਾ ਹੋਇਆ ਜਾਂ ਫਿਰ ਕਿਵੇਂ ਜੀ? ਹਾਂਜੀ, ਲੋਕਡਾਊਨ ਕਰਕੇ ਕੁਛ ਹੁਣ ਬਸ ਤਿਆਰੀ ਹੋਈ ਹੈ, ਛੇਤੀ ਉਹ ਚੱਲ ਜਾਵਾਂਗੇ। ਉਹ ਵੀ ਕਾਰਨ ਆ ਲੋਕਡਾਊਨ ਵੀ। ਫਿਰ ਇੱਥੇ ਕੰਮ ਚੱਲਦਾ ਸੀਗਾ, ਸਾਡਾ ਧਰਮਸ਼ਾਲਾ ਜੀ ਘਰ ਆ। ਮੈਂ ਕਿਹਾ ਚਲੋ ਵੀ ਇਹਨੂੰ ਥੋੜਾ ਸਿਰੇ ਲੱਗਦਾ, ਵੇਖ ਜੀਏ ਜਾਂਦੇ ਜਾਂਦੇ। ਨਹੀਂ ਹੁਣ ਕੀ ਜਾਣਾ ਜੀ, ਹੁਣ ਤੇ ਪਿੰਡ ਕੈਨੇਡਾ ਬਣ ਗਿਆ ਤੁਹਾਡਾ। ਨਹੀਂ, ਫਿਰ ਜਾਣਾ ਪੈਣਾ ਜੀ, ਫਿਰ ਹੋਰ ਵੱਧ ਕੁਝ ਕਰਨਾ, ਉਹਦੇ ਲਈ ਮਿਹਨਤ ਵੀ ਕਰਨੀ ਪੈਣੀ ਹੈ। ਉਹ ਫਿਰ ਉੱਥੇ ਥੋੜਾ ਹੈਗਾ ਟੰਗੋ ਵੇੜਾ ਉੱਥੇ। ਠੀਕ ਹੈ ਬਾਈ ਜੀ, ਕਦੋਂ ਦੇ ਤੁਸੀਂ ਕੈਨੇਡਾ ਤੋਂ ਇੱਥੇ ਆਏ ਹੋਏ ਹੋ? ਮੈਨੂੰ ਲਗਭਗ 6 ਮਹੀਨੇ ਹੋ ਚੱਲੇ ਜੀ। ਅੱਛਾ ਜੀ। ਹਾਂਜੀ। ਤੇ PR ਉੱਥੇ? ਹਾਂਜੀ, ਸਿਟੀਜ਼ਨ ਹੈ ਜੀ ਉੱਥੇ। ਸਿਟੀਜ਼ਨ ਹੈ। ਕਿੰਨਾ ਟਾਈਮ ਹੋ ਗਿਆ ਜੀ ਉੱਥੇ ਗਏ ਨੂੰ? ਮੈਨੂੰ 14 ਸਾਲ ਹੋ ਗਏ ਜੀ ਗਿਆ। ਤੇ ਇਹ ਜਦੋਂ ਆਈਡੀਆ ਲਿਆ ਸੀ ਸਭਨਾਂ ਨੇ, ਤੇ ਸ਼ੇਅਰ ਵੀ ਕੀਤਾ ਸੀ ਸ਼ੁਰੂ ਦੇ ਵਿੱਚ ਇਹਨਾਂ ਨੇ, ਜਾਂ ਤੁਹਾਡੀ ਵੀ ਕੁਝ ਇਨਵੋਲਵਮੈਂਟ ਰਹਿੰਦੀ ਹੈ ਵੀ ਇਸ ਤਰ੍ਹਾਂ ਕਰੀਏ? ਹਾਂਜੀ, ਪਹਿਲਾਂ ਮੈਂ ਇਹਨਾਂ ਨੂੰ ਵੇਖਦਾ, ਮੇਰਾ ਧਰਮਸ਼ਾਲਾ ਜੀ ਘਰ ਆ, ਮੈਂ ਉੱਥੇ ਬੈਠਾ ਇਹਨਾਂ ਨੂੰ ਸਾਰਿਆਂ ਨੂੰ ਵੇਖਦਾ ਰਹਿਣਾ। ਫਿਰ ਜਦੋਂ ਫਿਰ ਇਹ ਉਪਰਾਲਾ ਹੋਣ ਲੱਗਾ ਜੀ, ਤੇ ਬੜੀ ਖੁਸ਼ੀ ਹੋਈ ਜਦੋਂ ਸ਼ੁਰੂ ਕੀਤਾ, ਤੇ ਫਿਰ ਹੋਰ ਉਤਸ਼ਾਹਿਤ ਹੋਏ, ਤੇ ਫਿਰ ਪਰਿਵਾਰ ਨਾਲ ਸਲਾਹ ਕਰਕੇ ਫਿਰ ਸੋਚਿਆ ਵੀ ਵੱਧ ਤੋਂ ਵੱਧ ਯੋਗਦਾਨ ਕਰਨਾ। ਤੇ ਕਿਉਂਕਿ ਕਿਉਂ ਨਾ ਚੰਗਾ, ਫਿਰ ਬਸ ਜਿਵੇਂ ਇਹਨਾਂ ਨੇ ਕਈ ਇਹਨਾਂ ਨੇ ਆਪ ਕਿਹਾ ਮਾਨਣਾ, ਕੋਈ ਜਿਵੇਂ ਤੁਹਾਨੂੰ ਲੱਗਦਾ ਵੀ ਤੁਸੀਂ ਦੇਖੋ ਕੁਛ, ਬਾਕੀ ਇਹਨਾਂ ਦਾ ਸਹਿਯੋਗ ਬਹੁਤ ਹੈ। ਫਿਰ ਜੋ ਆਇਆ ਗਿਆ ਆਈਡੀਆ, ਤੇ ਉਹਦੇ ਅਕੋਰਡਿੰਗ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਕੁਝ ਜਿੰਨਾ ਕੁਝ ਉਹ ਇਹਨਾਂ ਨੇ ਮੁਹੱਈਆ ਕਰਵਾਇਆ, ਤੇ ਫਿਰ ਅਸੀਂ ਉਹ ਸਿਲੈਕਟ ਕਰਕੇ ਤੇ ਸਾਰਾ ਕੁਝ ਉੱਦਾਂ ਉਹਨੂੰ ਚਿੱਤਰੀ ਗਏ। ਬਸ ਇੱਦਾਂ ਹੀ।
ਤੇ ਤੁਸੀਂ ਇਹ ਚੀਜ਼ ਨੂੰ ਭਾਜੀ ਕਿਵੇਂ ਵੇਖਦੇ ਹੋ ਵੀ ਬਹੁਤ ਸਾਰੇ ਜਿਹੜੇ ਲੋਕ ਹੈਗੇ ਨੇ ਜਾਂ ਬਹੁਤ ਸਾਰੀਆਂ ਪੰਚਾਇਤਾਂ ਅਜਿਹੀਆਂ ਨੇ ਵੀ ਕੁਝ ਪੰਚਾਇਤ ਕਰਨ ਦਾ ਸੋਚਦੀ ਹੈ, ਪਿੱਛੇ ਲੋਕ ਕਹਿੰਦੇ ਨਹੀਂ 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 ਇਹ ਨਹੀਂ ਕਰਨ ਦੇਣਾ, ਰਾਜਨੀਤੀ ਬਹੁਤ ਹੋ ਗਈ ਹੈ ਪਿੰਡਾਂ ਦੇ ਵਿੱਚ। ਪਰ ਇੱਥੇ ਚਲੋ ਇੱਥੇ ਇੱਕ ਵੱਖਰੀ ਗੱਲ ਹੈ ਬਈ ਇਹ ਚੀਜ਼ ਤੁਹਾਨੂੰ ਵੇਖਣ ਨੂੰ ਨਹੀਂ ਮਿਲੀ ਆਪਣੀ ਪੱਤੀ ਦੇ ਵਿੱਚ। ਤੇ ਤੁਸੀਂ ਕਿਵੇਂ ਵੇਖਦੇ ਹੋ ਵੀ ਜਿਹੜਾ ਪਿੰਡਾਂ ਦੇ ਵਿੱਚ ਜੋ ਇਹ ਫਾੜ ਪਏ ਹੋਏ ਨੇ, ਦੁਫਾੜ ਹੋਏ ਪਏ ਨੇ ਲੋਕ, ਉਹਦਾ ਮੇਨ ਕਾਰਨ ਕੀ ਹੈ? ਪਿੱਛੇ ਕੌਣ ਹੈ ਜ਼ਿੰਮੇਵਾਰ? ਪਿੱਛੇ ਦੇਖੋ ਜੀ, ਮੈਂ ਕੁਝ ਕਹਿ ਤਾਂ ਨਹੀਂ ਸਕਦਾ ਵੀ ਕੌਣ। ਤੁਸੀਂ ਤੇ ਕੈਨੇਡਾ ਹੀ ਚੱਲ ਜਾਣਾ, ਕਹਿ ਦਿਓ ਕੋਈ ਨਾ, ਇਹਨਾਂ ਨੇ ਇੱਥੇ ਰਹਿਣਾ ਜੀ। ਨਹੀਂ, ਪਰ ਮੈਨੂੰ ਆਪਣੇ ਗਵਾੜ 'ਚ ਨਹੀਂ ਦੇਖਣ ਨੂੰ ਮਿਲਿਆ। ਸਾਰਿਆਂ ਦਾ ਬਹੁਤ ਸਹਿਯੋਗ ਆ, ਬਾਕੀ ਸਾਡੇ ਕੋਈ ਇੰਟਰਫੇਰੈਂਸ ਨਹੀਂ ਹੈਗੀ, ਮੈਂ ਦੇਖੀ ਵੀ ਨਹੀਂ, ਕਿਉਂਕਿ ਸਾਰਾ ਕੁਝ ਇੱਥੇ ਹੀ ਹੁੰਦਾ, ਸਾਹਮਣੇ ਲੈਣ ਦੇਣ ਹੁੰਦਾ। ਕਿਉਂਕਿ ਆਪਣੇ ਆਪਣੇ ਸਾਰਿਆਂ ਦੇ ਆਪਦੇ ਨਿੱਜੀ ਘਰ ਨੇ, ਆਪਣੇ ਨਿੱਜੀ ਥਾਂ ਨੇ। ਸੋ ਜੋ ਉਹਨਾਂ ਦਾ ਜੀ ਕੀਤਾ ਉਹਨਾਂ ਨੇ ਸਾਰਿਆਂ ਨੇ ਆਪਦੇ ਸਹਿਯੋਗ ਦੇ ਨਾਲ, ਬਾਕੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਉਹ ਕਰਵਾ ਲਿਆ। ਤੇ ਰਹੀ ਗੱਲ ਪੰਚਾਇਤ ਦੀ, ਉਹਦੇ 'ਚ ਦਫਾੜ ਜਿਹੜੇ ਹੁੰਦੇ ਆ ਜੀ, ਉਹਨਾਂ ਦੇ ਕੋਈ ਆਪਦੇ ਕਾਰਨ ਹੋਣਗੇ। ਮੈਂ ਮੰਨਦਾ ਸ਼ਾਇਦ ਨਿੱਜੀ ਕਾਰਨ ਵੀ ਹੋ ਸਕਦੇ ਨੇ, ਕੋਈ ਹੋਰ ਐਂ ਤਾਂ ਹੁੰਦਾ ਨਹੀਂ, ਕਿਉਂਕਿ ਭਲੇ ਦਾ ਕੋਈ ਚੰਗਾ ਕੰਮ ਹੁੰਦਾ ਹੋਵੇ, ਕੋਈ ਉਹਦੀ ਕੋਈ ਸ਼ਲਾਘਾ ਨਾ ਕਰੇ ਜਾਂ ਉਹ ਤੋਂ ਕੋਈ ਸੇਧ ਨਾ ਲਵੇ, ਕਿ ਆਪਣੇ ਵਾਲੇ ਪਾਸੇ ਕੁਛ ਨਾ ਕਰੇ, ਹੈ ਨਾ ਜੀ। ਇਹ ਕੋਈ ਆਪਦਾ ਨਿੱਜੀ ਕੋਈ ਹੋ ਸਕਦਾ ਵੀ ਅਸੀਂ ਨਹੀਂ ਕਰਨ ਦੇਣੇ, ਮੇਰੇ ਹਿਸਾਬ ਨਾਲ ਉਹ ਕਾਰਨ ਹੋ ਸਕਦਾ ਜੀ। ਤੇ ਬਾਕੀ ਸਾਨੂੰ ਕੋਈ ਇੱਥੇ ਤਾਂ ਕੋਈ ਬੜੀ ਦਿੱਕਤ ਨਹੀਂ ਹੈ। ਬਾਕੀ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਇੱਥੋਂ ਕੈਨੇਡਾ ਵਾਲਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਜੀ ਸਾਤੋਂ। ਚਾਹੀਦੀ ਹੈ ਜੀ, ਬਿਲਕੁਲ ਚਾਹੀਦੀ ਹੈ। ਉਹਨਾਂ ਨੂੰ ਵਧੀਆ ਲੱਗਣਾ ਚਾਹੀਦਾ, ਕਿਉਂਕਿ ਉਹਨਾਂ ਦੇ ਕਈ ਸਾਰੇ ਅਵਾਰਡ 'ਚ ਕਈ ਜਾਣੇ, ਕਾਫੀ ਜਾਣੇ NRI ਨੇ ਇੱਥੇ। ਸੋ ਉਹਨਾਂ ਨੂੰ ਵਧੀਆ ਆਪਣੇ ਬੱਚਿਆਂ ਨੂੰ ਲਿਆ ਕੇ ਵਿਖਾਉਣਾ ਚਾਹੀਦਾ ਕਿ ਜ਼ਰੂਰੀ ਨਹੀਂ ਹੈ ਵੀ ਪਿੰਡ ਦੇ ਵਿੱਚ ਸਾਰਾ ਕੁਝ। ਕੈਨੇਡਾ ਵਾਲਿਆਂ ਨੂੰ ਕੈਨੇਡਾ 'ਚ ਇਸ ਤਰ੍ਹਾਂ ਦਾ ਕਰ ਲੈਣਾ ਚਾਹੀਦਾ ਜੀ। ਕਰ ਲੈਣਾ ਚਾਹੀਦਾ, ਹਾਂਜੀ। ਉੱਥੇ ਥੋੜਾ ਹੋਰ ਕਰ ਸਕਦੇ ਆ, ਪਰ ਆ ਵੀ ਵਧੀਆ ਉਪਰਾਲਾ ਜੀ ਇੱਥੇ, ਕਿਉਂਕਿ ਹੋ ਸਕਦਾ ਇੱਥੇ ਆਪਾਂ ਖੁੱਲ੍ਹ ਕੇ ਕਰ ਸਕਦੇ। ਆਪਾਂ ਨੂੰ ਐਂ ਤਾਂ ਨਹੀਂ ਹੈ ਵੀ ਪਹਿਲਾਂ ਕਿਸੇ ਦੀ ਪਰਮਿਸ਼ਨ ਲੈਣੀ ਪਈ ਜਾਂ ਕਿਸੇ ਤੋਂ ਕਿਸੇ ਕੋਲੇ ਮਿਊਨਿਸਪਲ ਕਮੇਟੀ ਕੋਲੇ ਜਾਣਾ ਪਿਆ। ਇਹ ਤਾਂ ਆਪਦੀ ਨਿੱਜੀ ਪ੍ਰਾਪਰਟੀ ਦੇ ਉੱਤੇ ਬਣਾ ਲਿਆ, ਹੈ ਨਾ, ਕਰ ਸਕਦੇ। ਤਾਂ ਵਧੀਆ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ, ਤੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਕੋਈ ਇਤਿਹਾਸ ਨੂੰ ਜਾਂ ਹੋਰ ਸਾਰੇ ਕਈ ਤਰ੍ਹਾਂ ਦੇ ਪੱਖ ਨੇ, ਆਪਾਂ ਜਿਹੜੇ ਲੋਕਾਂ ਨੂੰ ਸਹਾਈ ਹੋਣਗੇ ਉਹਨਾਂ ਦੀ ਮਦਦ ਕਰ ਸਕਦੇ, ਉਹਨੂੰ ਵਧੀਆ ਸੇਧ ਮਿਲ ਸਕੇ, ਨੌਜਵਾਨਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ। ਫਿਰ ਬਹੁਤ ਵਧੀਆ ਮਤਲਬ ਇਹ ਉਪਰਾਲਾ ਸਾਰਿਆਂ ਨੂੰ ਆਪਣੇ ਪੱਧਰ ਤੇ, ਚਾਹੇ ਕੋਈ ਪਿੰਡ ਵੱਡਾ, ਕਿਉਂਕਿ ਸਾਰਿਆਂ ਕੋਲੇ ਮਾਇਆ ਭਰਪੂਰ ਹੀ ਆ, ਕੋਈ ਐਸੀ ਗੱਲ ਨਹੀਂ ਹੈ ਕੋਈ ਮਾਇਆ ਦੀ ਤੋਟ ਆ। ਸੋ ਸਾਰਿਆਂ ਨੂੰ ਉਪਰਾਲਾ ਕਰ ਲੈਣਾ ਚਾਹੀਦਾ, ਨਾਲੇ ਪਿੰਡ ਸੋਹਣਾ ਲੱਗਦਾ। ਇੱਕ ਤੁਸੀਂ ਲੰਘਦੇ ਵੀ ਇੱਥੇ ਤੁਹਾਡੇ ਆਪਦੇ ਆਪ ਹੀ ਦਿਮਾਗ ਦੇ ਵਿੱਚ ਜਦੋਂ ਚਿੱਤਰ ਆਉਂਦੇ, ਤੁਸੀਂ ਆਪਦੇ ਆਪ ਫਿਰ ਉਹ ਘੜਨਾ ਘੜੀ ਜਾਂਦੇ, ਫਿਰ ਤੁਹਾਡੇ ਦਿਮਾਗ 'ਚ, ਤੁਹਾਡੇ ਵਿਚਾਰਾਂ 'ਚ ਵੀ ਫਰਕ ਪੈਂਦਾ। ਕਿਉਂਕਿ ਮੂਰਤਾਂ ਹੀ ਵੇਖਦੇ, TV ਤੇ ਵੀ ਆਪਾਂ ਮੂਰਤਾਂ ਹੀ ਵੇਖਦੇ ਹਾਂ, ਤੇ ਜੇ ਆਪਣੇ ਮੈਂ ਤਾਂ ਹੁਣ ਵੇਖਦੇ ਰਹਿਣਾ, ਉੱਠਦੇ ਬਹਿੰਦੇ ਸਾਡੀ ਬਾਰੀ ਵਿੱਚੋਂ ਸਾਰਾ ਦੀਆਂ ਸਾਨੂੰ ਬਹੁਤ ਸੋਹਣਾ ਲੱਗਦਾ, ਕਿ ਹੋਰ ਜਿਹੜੇ ਆ ਕੇ ਬਹਿੰਦੇ ਸਾਨੂੰ ਵਧੀਆ ਲੱਗਦਾ ਜੀ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਉਪਰਾਲਾ। ਡਾਕਟਰ ਸਾਹਿਬ, ਪਤਾ ਲੱਗਿਆ ਕਹਿੰਦੇ ਤੁਸੀਂ ਰਾਜਨੀਤਿਕ ਪਾਰਟੀ ਨਾਲ ਵੀ ਜੁੜੇ ਹੋਏ ਹੋ। ਹੁਣ ਪਿੰਡ ਨੂੰ ਇੱਕ ਅਲੱਗ ਤੋਂ ਪੁਰਸਕਾਰ ਦਿਵਾਉਣ ਦੇ ਲਈ ਵੀ ਫਿਰ ਮਦਦ ਕਰੋਗੇ? ਹਾਂਜੀ ਹਾਂਜੀ, ਜੇ ਅਸੀਂ, ਸਾਡੀ ਕੋਸ਼ਿਸ਼ ਤਾਂ ਇਹੀ, ਸਾਡੀ ਪੰਚਾਇਤ ਵੀ ਸਾਰੇ ਇੱਕ ਪੰਚਾਇਤ ਆ ਜੀ, ਕੋਈ ਹੈ ਨਹੀਂ ਪੰਚਾਇਤ ਹੀ ਇੱਕ ਪਾਰਟੀ ਦੀ ਬਣ ਗਈ। ਅੱਛਾ ਜੀ, ਠੀਕ ਹੈ ਜੀ। ਤੇ ਸਾਡਾ ਹੁਣ ਇਹੀ ਕੋਸ਼ਿਸ਼ ਹੈ। ਹੁਣ ਸਭ ਤੋਂ ਪਹਿਲਾਂ ਸ਼ੁਰੂਆਤ ਅਸੀਂ ਕੀਤੀ ਪੰਚਾਇਤ ਪੱਖੋਂ ਵੀ ਆ, ਸਾਡੇ ਗਵਾੜ ਦੇ ਵਿੱਚ ਇੰਟਰਲੋਕਿੰਗ ਦਾ ਕੰਮ ਜਿਹੜਾ ਸੀਗਾ, ਸਾਡਾ ਗਵਾੜ ਕੰਪਲੀਟ ਹੋ ਗਿਆ, ਹੁਣ ਅੱਗੇ ਸ਼ੁਰੂ ਕੀਤਾ ਪਿਆ। ਇਸੇ ਤਰ੍ਹਾਂ ਹਰੇਕ ਵਾਰਡ ਦੇ ਵਿੱਚ ਅਸੀਂ ਕਹਿੰਦੇ ਵੀ ਪੰਚਾਇਤ ਨੂੰ ਵੀ ਸਾਡੀ ਨੂੰ ਜਿਹੜਾ ਅਵਾਰਡ ਮਿਲੇ। ਅਸੀਂ ਹੁਣ ਇਹੀ ਸਾਡਾ BDPO ਨੂੰ ਵੀ ਸਾਡੇ ਕੰਮ ਦੇਖੋ, ਕੰਮ ਦੇਖ ਕੇ ਸਾਡੇ, ਜੇ ਅਸੀਂ ਉਸ ਜਿਹੜੇ ਵਾਰਡ ਦੇ ਅਸੀਂ ਹੈਗੇ ਆ, ਲਾਇਕ ਹੈਗੇ ਆ, ਤਾਂ ਸਾਡਾ ਤੁਸੀਂ ਲੈ ਕੇ ਭੇਜੋ ਅੱਗੇ ਸਰਕਾਰ ਨੂੰ, ਉਹ DC ਸਾਹਿਬ ਲੈ ਕੇ ਭੇਜਣਗੇ। ਤੇ ਵਾਰਡ ਵਾਲੇ ਲੋਕ ਦੂਜੇ ਵਾਰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸ ਸਕਦੇ ਵੀ ਇਸ ਤਰ੍ਹਾਂ ਅਸੀਂ ਕੀਤਾ, ਵੀ ਤੁਸੀਂ ਵੀ ਕਰੋ ਪੂਰਾ ਪਿੰਡ, ਤਾਂ ਕਿ ਵਧੀਆ ਹੋ ਜੇ ਜੀ। ਆਉਂਦੇ ਸਾਡੇ ਕੋਲ ਹੀ ਆਉਂਦੇ ਪੁੱਛਣ ਜੀ ਲੋਕ ਆ ਜਾਂਦੇ ਵੀ ਐਂ ਕਰਕੇ ਯਾਰ ਤੁਸੀਂ ਕਿਵੇਂ ਸ਼ੁਰੂਆਤ ਕੀਤੀ ਸੀਗੀ, ਵੀ ਅਸੀਂ ਵੀ ਇਸ ਪੱਖ ਨੂੰ ਇੱਧਰ ਨੂੰ ਤੁਰਨਾ। ਹੁਣ ਮੁੰਡੇ ਹੀ ਸਾਡੇ ਸੰਤਾਂ ਦੇ ਨਾਂ 'ਤੇ, ਇਹਨਾਂ ਨੇ ਸੰਤ ਬਾਬਾ ਵਿਸਾਖਾ ਸਿੰਘ ਰਾਹਤ ਫੰਡ ਆ ਜੀ। ਅੱਛਾ ਜੀ। ਤੇ ਇਹ ਕੋਈ ਕਿਸੇ ਦਾ ਕੋਈ ਬਿਮਾਰ ਠਮਾਰ ਹੈ, ਕਿਸੇ ਲੋੜਵੰਦਾਂ ਨੂੰ ਹਰੇਕ ਪੱਖੋਂ ਮਦਦ ਕਰਦੇ। ਵਾਹ ਜੀ। ਇਹ ਮੁੰਡੇ ਸਾਡੇ ਕੋਲ ਆਏ, ਕਹਿੰਦੇ ਵੀ ਅਸੀਂ ਇਹਨੂੰ ਕੰਮ ਨੂੰ ਹੋਰ ਵਧਾਉਣਾ, ਅੱਗੇ ਸਾਨੂੰ ਬੜਾ ਉਤਸ਼ਾਹ ਹੋਇਆ ਵੀ ਜੇ ਆਪਾਂ ਸ਼ੁਰੂ ਕੀਤਾ ਇਹਨਾਂ ਨੇ ਵੀ ਹੋਰ ਅੱਗੇ ਸ਼ੁਰੂ ਕਰਨਗੇ, ਇਹਨਾਂ ਨੂੰ ਦੇਖ ਕੇ ਹੋਰ ਦੂਜੇ ਸ਼ੁਰੂ ਕਰਨਗੇ। ਤੇ ਸਾਨੂੰ ਤਾਂ ਇਹ ਪਹਿਲੀ ਗੱਲ ਤਾਂ ਇਹ ਖੁਸ਼ੀ ਹੈ ਵੀ ਸਾਡਾ ਜਿਹੜਾ ਇਹ ਪਿੰਡ ਹੈ ਜੀ, ਸੰਤ ਬਾਬਾ ਵਿਸਾਖਾ ਸਿੰਘ ਦਾ ਵਰਸਾਇਆ ਇਹ ਪਿੰਡ ਹੈ, ਜਿਨ੍ਹਾਂ ਨੇ ਮਾਲਵਾ ਇਤਿਹਾਸ ਲਿਖਿਆ ਸੀ। ਮਾਲਵਾ ਇਤਿਹਾਸ ਜੀ। ਹਾਂਜੀ, ਤੇ ਉਹਨਾਂ ਦਾ ਕਰਕੇ ਸਾਡੇ ਪਿੰਡ ਹੁਣ, ਪਹਿਲਾਂ ਤਾਂ ਹੈ ਨਹੀਂ ਸੀ, ਅਸੀਂ ਤਾਂ ਦੇਖੇ ਨਹੀਂ ਮੁਸਲਮਾਨਾਂ ਵੇਲੇ, ਪਰ ਹੁਣ ਸਾਡਾ ਪਿੰਡ ਕਾਫੀ ਮੋਰਚਿਆਂ ਦੇ ਵਿੱਚ ਵੀ ਜਾਂਦੇ ਰਹੇ ਆ ਜੀ। ਸਿੱਖੀ ਵਾਲੇ ਪਾਸੇ ਨੂੰ ਕਾਫੀ ਹੁਣ ਜਿਹੜਾ ਪ੍ਰਫੁੱਲਤ ਹੈ। ਇਕੱਲਾ ਮੋਗੇ ਜ਼ਿਲ੍ਹੇ ਇੱਕੋ ਪਿੰਡ ਹੈ ਜਿੱਥੇ ਇੱਕ ਗੁਰਦੁਆਰਾ ਹੈ। ਬਹੁਤ ਚੰਗੀ ਗੱਲ ਹੈ ਜੀ, ਇਸ ਚੀਜ਼ ਨੂੰ ਵੀ ਬਹੁਤ ਵਧਾਈਆਂ ਇਸ ਪਿੰਡ ਨੂੰ, ਕਿਉਂਕਿ ਛੋਟੇ ਛੋਟੇ ਪਿੰਡਾਂ ਦੇ ਵਿੱਚ ਨਾ ਜੀ 5-5 ਗੁਰਦੁਆਰੇ ਬਣੇ ਜੀ। ਕੋਈ ਕਹਿੰਦਾ ਜੀ ਸਾਡਾ ਜੀ, ਇਹ ਜੱਟਾਂ ਦਾ ਜੀ, ਇਹ ਸਾਡਾ ਜੀ, ਮਤਲਬ ਕਿ ਅਸੀਂ ਜਾਤਾਂ 'ਚ ਵੰਡ ਲਏ ਆਪਣੇ ਗੁਰੂ ਵੀ। ਫਿਰ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਆ ਜੀ ਅਸੀਂ ਤਾਂ ਜੀ ਜੱਟ ਹੁੰਦੇ ਆ, ਜਾਂ ਮੇਰੀ ਕੈਟਾਗਰੀ ਦੇ ਲੋਕ ਕਹਿ ਲਓ, ਜਿਹੜੇ ਨਫ਼ਰਤ ਕਰਦੇ ਆ, ਜਾਂ ਹੋਰ ਲੋਕ ਨੇ ਜਿਹੜੇ ਛੋਟੀਆਂ ਜਾਤਾਂ ਕਹਿੰਦੇ ਨੇ ਕਿਸੇ ਨੂੰ, ਬਈ ਨਹੀਂ ਜੀ ਇਹਨਾਂ ਦੇ ਨਹੀਂ ਜਾਣਾ, ਜਾਂ ਇਹ ਸਾਡੇ ਗੁਰਦੁਆਰੇ ਨਹੀਂ ਆ ਸਕਦੇ, ਤੇ ਛੋਟੀ ਜਾਤ ਵਾਲੇ ਆ। ਫਿਰ ਯਾਰ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਜਾਂ ਸਹਿਜ ਪਾਠ ਹੁੰਦਾ, ਫਿਰ ਉਦੋਂ ਵੀ ਕਿਹਾ ਕਰੋ ਬਈ ਨਾ ਬਈ ਗ੍ਰੰਥੀ ਸਿੰਘ ਜੀ
ਆ ਭਗਤ ਰਵਿਦਾਸ ਜੀ ਦੀ ਬਾਣੀ ਨਾ ਪੜਿਓ, ਇਹ ਤਾਂ ਛੋਟੀ ਜਾਤ ਦੇ ਸੀ। ਯਾਰ ਅਸੀਂ ਸਾਡੀ ਜਾਤ ਛੋਟੀ ਨਹੀਂ, ਸਾਡੀ ਸੋਚ ਛੋਟੀ ਹੋ ਗਈ ਹੈ। ਅਸੀਂ ਇੰਨੀ ਕੁ ਛੋਟੀ ਆਪਣੀ ਸੋਚ ਕਰ ਲਈ ਹੈ ਯਾਰ। ਸਾਰੀਆਂ ਜਾਤਾਂ ਦੇ ਸਾਰੇ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਨੇ, ਤੇ ਉਦੋਂ ਆਪਾਂ ਕਿਉਂ ਫਿਰ ਪੂਰਾ ਪਾਠ ਸੁਣਦੇ ਹਾਂ ਜਾਂ ਕਰਵਾਉਂਦੇ ਹਾਂ? ਤੇ ਉਦੋਂ ਵੀ ਫਿਰ ਕਿਹਾ ਕਰੋ ਨਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਗੁਰਦੁਆਰੇ ਤਾਂ ਗੁਰਦੁਆਰੇ ਜੀ, ਮੈਂ ਇੱਕ ਪਿੰਡ ਦੇ ਵਿੱਚ ਗਿਆ ਜੀ, ਉਹ ਕਹਿੰਦੇ ਜੀ ਸਾਡੇ ਤਾਂ ਜੀ ਇੱਥੇ ਸ਼ਮਸ਼ਾਨ ਘਾਟ 5 ਬਣੇ ਹੋਏ ਆ ਜੀ। ਨਹੀਂ ਸਾਡੇ ਨਹੀਂ ਜੀ ਇਦਾਂ। ਸਾਡੇ ਤਾਂ ਗੁਰਦੁਆਰਾ ਵੀ ਇੱਕੋ ਹੀ ਆ, ਗੁਰੂ ਘਰ ਇੱਕ ਡੇਰਾ ਸਾਹਿਬ ਹੈ ਜੀ। ਜੀ ਜੀ ਇੱਕ ਮੁਸਲਮਾਨ ਫਕੀਰ ਦੀ ਜਗ੍ਹਾ ਉਹ ਵੀ ਕੋਈ ਹੈ ਜੀ। ਇਦਾਂ ਦੀ ਕੋਈ ਗੱਲ ਨਹੀਂ, ਸਾਰਾ ਕੁਝ ਇੱਕ ਮੰਦਰ ਹੈ ਜੀ। ਤੇ ਸਭ ਲੋਕ ਵਧੀਆ ਇੱਕ ਮਿਲ ਗਿਲ ਕੇ ਰਹਿੰਦੇ, ਕੋਈ ਇਦਾਂ ਦੀ ਕੋਈ ਗੱਲ ਨਹੀਂ ਜੀ। ਸੋ ਬਹੁਤ ਵਧਾਈ ਦੇ ਪਾਤਰ ਨੇ ਵੀਰ ਜੀ। ਇਹਨਾਂ ਨੇ ਇੱਕ ਸੰਸਥਾ ਦੀ ਜਿਹੜੀ ਤੁਹਾਡੇ ਵੱਲ ਇਸ਼ਾਰਾ ਕਰਕੇ ਗੱਲ ਕੀਤੀ ਹੈ ਜੀ, ਤੁਸੀਂ ਚਲਾਉਂਦੇ ਹੋ ਜੀ? ਹਾਂਜੀ, ਸੰਤ ਬਾਬਾ ਸਾਖਾ ਸਿੰਘ ਜੀ ਰਾਹਤ ਫੰਡ ਸੰਸਥਾ ਜੀ, ਜੋ ਪਿਛਲੇ 10 ਸਾਲ ਤੋਂ ਹੀ ਚਲਾ ਰਹੇ ਹਾਂ ਜੀ। ਉਹਦੇ ਵਿੱਚ 100 ਰੁਪਏ ਅਸੀਂ ਮੰਥਲੀ ਇਕੱਠਾ ਕਰ ਰਹੇ ਹਾਂ, ਤੇ ਬਾਹਰੋਂ NRI ਵੀਰਾਂ ਵੱਲੋਂ ਵੀ ਆ ਜਾਂਦਾ, ਨਗਰ ਨਿਵਾਸੀਆਂ ਵੱਲੋਂ ਵੀ ਮਾਇਆ ਜਾਂਦੀ ਆ। ਉਹ ਮਾਇਆ ਅਸੀਂ ਪਿੰਡ ਦੇ ਵਿੱਚ ਬੂਟੇ ਲਾਉਣ ਵਾਸਤੇ ਜਾਂ ਪੇਸ਼ੈਂਟਾਂ ਦੀ ਮਦਦ ਵਾਸਤੇ, ਲੋੜਵੰਦਾਂ ਦੀ ਕਿਸੇ ਪ੍ਰਕਾਰ ਦੀ ਮਦਦ ਹੁੰਦੀ ਆ, ਅਸੀਂ ਕਰ ਰਹੇ ਹਾਂ ਸਹਿਯੋਗ ਦੇ ਨਾਲ, ਸਾਰਿਆਂ ਦੇ ਨਾਲ ਜੀ। ਤੇ ਪਿੰਡ ਦੇ ਵਿੱਚ ਕੋਈ ਖਾਸ ਲੈਬੋਰਟਰੀ ਜਾਂ ਕੁਝ ਹੋਰ ਵੀ ਹੈਗਾ ਜੀ ਸੰਸਥਾ ਵੱਲੋਂ ਕੁਝ ਬਣਾਇਆ ਹੋਇਆ? ਹਾਂਜੀ, ਅੱਜ ਹੀ ਸੰਤ ਬਾਬਾ ਸਾਖਾ ਸਿੰਘ ਜੀ ਨਾਂ ਦੇ ਉੱਤੇ ਚੈਰੀਟੇਬਲ ਲੈਬੋਰਟਰੀ ਅੱਜ ਪਹਿਲਾਂ ਵੀ ਚੱਲਦੀ ਸੀਗੀ ਨਿੱਜੀ ਵੱਲੋਂ, ਤੇ ਹੁਣ ਜਾਣੀ ਕਿ ਘੱਟ ਰੇਟਾਂ ਤੇ ਉਹ ਅੱਜ ਸ਼ੁਰੂ ਕੀਤੀ ਗਈ ਆ। ਕਿੰਨੇ ਕੁ ਘੱਟ ਹੈ ਜੀ ਰੇਟ? ਤਕਰੀਬਨ ਕੁਛ ਤਾਂ 50% ਹੀ ਆ ਜੀ, ਤੇ ਕੁਛ 40%, ਜਿਵੇਂ 100 ਦੇ ਵਿੱਚੋਂ ਉਹ 50 ਰੁਪਏ ਜਾਂ 60 ਰੁਪਏ ਇੱਥੇ ਜੀ। ਵਾਹ। ਤੇ ਇਹ ਜਿਹੜੇ ਆ ਮਤਲਬ ਕਿ ਤੁਹਾਡੇ ਪਿੰਡ ਦਾ ਵਾਸੀ ਹੀ ਟੈਸਟ ਕਰਵਾ ਸਕਦੇ ਜਾਂ ਬਾਹਰੋਂ ਕੋਈ ਪਿੰਡ ਵਾਲਾ ਆ ਜਾਂਦਾ? ਨਹੀਂ, ਜਿੱਥੋਂ ਮਰਜ਼ੀ ਕੋਈ ਆ ਜਾਵੇ, ਕੋਈ ਚੱਕਰ ਨਹੀਂ ਜੀ, ਸਾਰੇ ਕਰਾ ਸਕਦੇ, ਸਾਰਿਆਂ ਵਾਸਤੇ ਇੱਕੋ ਹੀ ਰੇਟ ਹੈ ਜੀ। ਠੀਕ ਹੈ ਜੀ। ਤੇ ਇਹ ਤਸਵੀਰਾਂ ਨੂੰ ਵੀਰ ਜੀ ਤੁਸੀਂ ਕਿਵੇਂ ਵੇਖਦੇ ਹੋ ਜਿਹੜੀਆਂ ਲਗਾਈਆਂ ਗਈਆਂ ਨੇ ਸੱਭਿਆਚਾਰਕ? ਇੱਥੇ ਹੋਰ ਵੀ ਹੋ ਸਕਦੀਆਂ ਸੀ, ਬਹੁਤ ਸਾਰੇ ਲੋਕ ਬਹੁਤ ਸਾਰੇ ਐਕਟਰਾਂ ਨੂੰ ਪਸੰਦ ਕਰਦੇ ਨੇ, ਉਹ ਨਹੀਂ ਲਾਈਆਂ ਜੀ? ਇਹ ਤਾਂ ਜੀ ਦੇਖੋ, ਇਹ ਗਵਾੜ ਦੇ ਜਿਹੜੇ ਮੰਨ ਲਓ ਇੱਥੇ ਸੂਝਵਾਨ ਲੋਕ ਆ, ਉਹਨਾਂ ਦੀ ਸੋਚ ਆ ਉਹ ਹੁਣ ਜਿਵੇਂ ਤੁਸੀਂ ਦੇਖਦੇ TV 'ਚ ਆ, ਮੰਨ ਲਓ TV ਚੱਲਦਾ ਐਕਟਰ ਆ ਜਾਂ ਕਿਵੇਂ, ਹੁਣ ਨੌਜਵਾਨ ਆ ਜਿਹਨਾਂ ਉਹਨਾਂ ਦੀ ਸੋਚ ਇਹ ਚੀਜ਼ਾਂ ਵਸੀਆਂ ਪਈਆਂ। ਉਹ ਜਦੋਂ ਹੁਣ ਘਰੋਂ ਬਾਹਰ ਆਉਣਗੇ ਇਹ ਚੀਜ਼ਾਂ ਦੇਖਣਗੇ, ਜਿਵੇਂ ਉਹ ਪੰਜਾਂ ਪਿਆਰਿਆਂ ਦੀ ਫੋਟੋ ਆ, ਮੰਨ ਲਓ ਅੰਮ੍ਰਿਤ ਜਾਤ ਆ, ਜੇ ਉਹ ਮੰਨ ਲਓ ਇਹ ਚੀਜ਼ਾਂ ਦੇਖਣਗੇ ਤੇ ਉਹਨਾਂ ਨੂੰ ਵੀ ਪਤਾ ਲੱਗੂਗਾ ਇਹਦੇ ਬਾਰੇ ਵੀ। ਉਹ ਥੋੜਾ ਜਿਹਾ ਜਿਵੇਂ ਹੁਣ ਆਪਾਂ ਜਾਣਦੇ ਵੀ ਹਾਵੀ ਹੋ ਚੁੱਕੀਆਂ ਜਿਹੜੀਆਂ ਅੱਜ ਕੱਲ੍ਹ ਫਿਲਮਾਂ ਵਾਲੇ ਜਾਂ ਕੋਈ ਨਾਟਕ, ਇਹ ਚੀਜ਼ਾਂ ਜੀ ਜੀ ਹਰੇਕ ਦੇ ਜੀਵਨ। ਅਸੀਂ ਤਾਂ ਯੋਧਾ ਮਤਲਬ ਕਿ ਜਿਹੜੇ ਅੱਜ ਕੱਲ੍ਹ ਦੀ ਪਨੀਰੀ ਹੈ ਜੀ, ਉਹ ਤਾਂ ਯੋਧਾ ਸਨੀ ਦਿਓਲ ਨੇ ਮੰਨੀ ਜਾਂਦੀ ਵੀ ਇਹ ਮੁੱਕਾ ਬਹੁਤ ਵਧੀਆ ਮਾਰਦਾ ਕੱਢ ਕੇ, ਇਹੀ ਉਹਦਾ ਹੋਣਾ। ਹੁਣ ਸ਼ਾਇਦ ਬੱਚੇ ਇਹ ਵੀ ਪੁੱਛ ਲੈਣ, ਜਿੱਥੇ ਉਹ ਇਹ ਸਵਾਲ ਕਰਨਗੇ ਵੀ ਇਹ ਕੌਣ ਹੈ, ਸ਼ਾਇਦ ਇਹ ਵੀ ਸਵਾਲ ਕਰ ਲੈਣ ਵੀ ਮੰਮੀ ਇੱਥੇ ਸਨੀ ਦਿਓਲ ਦੀ ਫੋਟੋ ਨਹੀਂ ਲਾਈ, ਉਹ ਤਾਂ ਸੂਰਮਾ ਸੀ। ਹਾਂਜੀ ਐਸ਼ਵਰੀਆ ਰਾਏ ਦੀ ਨਹੀਂ ਲਾਈ ਜਾਂ ਮੋਟੂ ਪਤਲੂ ਨਹੀਂ ਲਾਇਆ। ਉਹ ਦੇਖੇ ਜੀ, ਉਹ ਤਾਂ ਨਕਲੀ ਹੀਰੋ ਆ। ਜਿਵੇਂ ਹਰੀ ਸਿੰਘ ਨਲੂਏ ਦੀ ਆਪਣਾ ਤਸਵੀਰ ਲੱਗੀ ਹੋਈ ਆ, ਹੁਣ ਚਲੋ ਇੱਥੋਂ ਲੰਘੂਗਾ ਕੋਈ ਬੱਚਾ, ਉਹ ਦੇਖ ਕੇ ਪੁੱਛੂਗਾ ਵੀ ਇਹ ਕੌਣ ਸੀ, ਤੇ ਉਹ ਹੁਣ ਮੰਨ ਲਓ ਉਹਨੇ ਪੁੱਛ ਲਿਆ ਆਪਣੀ ਮਾਤਾ ਨੂੰ ਜੀ ਵੀ ਇਹ ਕੌਣ ਸੀ, ਗਾਹਾਂ ਮਾਤਾ ਨੇ ਵੀ ਸੋਚਿਆ ਵੀ ਕੌਣ ਸੀ ਇਹ, ਉਹਨੂੰ ਵੀ ਨਹੀਂ ਪਤਾ ਹੋਣਾ ਜੀ। ਮੈਂ ਕਹਿੰਦਾ ਅੱਜ ਕੱਲ੍ਹ ਦੀਆਂ ਮੰਮੀਆਂ ਨੂੰ ਵੀ ਨਹੀਂ ਪਤਾ, ਪੁਰਾਣੀਆਂ ਮਾਤਾਵਾਂ ਨੂੰ ਜਾਂ ਬਜ਼ੁਰਗਾਂ ਨੂੰ ਤਾਂ ਪਤਾ ਜੀ, ਹੈ ਨਾ ਜੀ। ਇਹ ਤਾਂ ਹੈ। ਇਹਦੇ ਨਾਲ ਮੈਨੂੰ ਐਸਾ ਲੱਗਦਾ ਵੀ ਤੁਹਾਨੂੰ ਲਿਖ ਕੇ ਵੀ ਲਾਉਣਾ ਚਾਹੀਦਾ ਵੀ ਭਾਈ ਆ ਬਾਬਾ ਦੀਪ ਸਿੰਘ ਜੀ, ਆ ਹਰੀ ਸਿੰਘ ਨਲੂਆ, ਇਹ ਹਾਂਜੀ ਕੁਛ ਲਿਖਤੇ ਨਾ ਜੀ, ਕੁਛ ਜਿਵੇਂ ਹੁਣ ਕੰਪਲੀਟ ਹੁੰਦਾ ਜਾਂਦਾ ਉਹ ਲਿਖਾਂਗੇ ਥੱਲੇ ਜਿਵੇਂ ਸਾਰਿਆਂ ਦਾ। ਹਾਂਜੀ ਲਿਖੋ ਜ਼ਰੂਰ, ਕਿਉਂਕਿ ਮਾਵਾਂ ਹੀ ਪੜ੍ਹ ਕੇ ਸੁਣਾ ਸਕਦੀਆਂ। ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਜੀ ਛੋਟੇ, ਉਹਨਾਂ ਨੂੰ ਤਾਂ ਪੰਜਾਬੀ ਵੀ ਨਹੀਂ ਪੜ੍ਹਨੀ ਆਉਂਦੀ ਜੀ, ਇੱਥੇ ਤੱਕ ਤਰਾਸਦੀ ਹੋ ਗਈ ਜੀ। ਬਿਲਕੁਲ ਸੱਚੀ ਗੱਲ ਹੈ ਜੀ। ਊੜਾ ਆੜਾ ਵੀ ਲਿਖ ਕੇ ਲਗਾਇਓ ਜੀ ਇਸ ਪਿੰਡ। ਨਹੀਂ, ਪੰਜਾਬੀ ਨੂੰ ਅਸੀਂ ਪ੍ਰਫੁੱਲਤ ਕਰੀਏ, ਬਿਲਕੁਲ ਇਹ ਹਾਸੇ ਵਾਲੀਆਂ ਗੱਲਾਂ ਜੀ, ਅਸੀਂ ਮਜ਼ਾਕ ਲੱਗਦਾ ਪਰ ਤੇ ਜੂੜਾ ਬਚਾਵਾਂਗੇ ਫੇਰ ਹੀ ਅਸੀਂ ਬਚਾਂਗੇ ਜੀ। ਹਾਂਜੀ ਇਹ ਊੜਾ ਤੇ ਜੂੜਾ ਬਚਾਉਣੇ ਪੈਣੇ ਸਾਨੂੰ, ਕਿਉਂਕਿ ਇਹ ਹੁਣ ਦੀਆਂ ਮਾਵਾਂ ਜੇ ਹੁਣ ਦੇ ਬੱਚੇ ਸੁਣਨਗੇ ਤਾਂ ਠੀਕ ਹੈ, ਜਦੋਂ ਉਹ ਬੱਚਿਆਂ ਨੇ ਪਿਤਾ ਬਣ ਜਾਣਾ ਜਾਂ ਉਹ ਧੀਆਂ ਨੇ ਮਾਵਾਂ ਬਣ ਜਾਣਾ, ਸ਼ਾਇਦ ਉਹਨਾਂ ਨੂੰ ਵੀ ਨਾ ਪਤਾ ਲੱਗੇ, ਉਹਨਾਂ ਨੇ ਵੀ ਸੋਚੀ ਜਾਣਾ ਵੀ ਉਹ ਲਿਖਿਆ ਵਾ ਵੀ ਆ ਪਰ ਸਮਝ ਨਹੀਂ ਆ ਰਿਹਾ, ਤੇ ਨਾਲ ਫਿਰ ਇੰਗਲਿਸ਼ ਆਪਾਂ ਨੂੰ ਕਰ ਲਿਖਣਾ ਪਊਗਾ ਜੀ। ਮਤਲਬ ਕਿ ਹੁਣੇ ਆਪਾਂ ਇਹ ਸਾਂਭਣੀ ਚਾਹੀਦੀ। ਬਿਲਕੁਲ ਜੀ, ਅਸੀਂ ਜਿਵੇਂ ਕੰਪਲੀਟ ਨਾਲ ਥੱਲੇ ਲਿਖਦੇ ਵੀ ਜਾਂਦੇ ਹੁੰਦੇ ਆ, ਸਾਹ ਪਿਛਲੀ ਕੰਧ ਤੇ ਸਾਰਾ ਇਹ ਲਿਖਿਆ ਹੋਇਆ ਜੀ। ਤੁਸੀਂ ਸਾਰੇ ਮਤਲਬ ਕਵਰ ਕਰੋਗੇ ਤੇ ਉਹਦੇ ਵਿੱਚ ਕਾਮਾ ਘਾਟੋ ਮਰਦ ਸ਼ਹੀਦ ਜਾਂ ਹੋਰ ਵੀ ਜੋ ਸਿੱਖ ਹੋਏ ਆਪਣੇ ਜੀ। ਮੈਨੂੰ ਇੱਕ ਵਾਰ ਇਹ ਦੱਸ ਦਿਓ ਬਸ ਬਈ ਕਿਹੜੇ ਇਤਿਹਾਸਕ ਸਿੱਖ ਇਤਿਹਾਸ ਕਿਹੜਾ ਚੀਜ਼ਾਂ ਲਿਖੀਆਂ ਗਈਆਂ, ਬਣਾਈਆਂ ਗਈਆਂ ਜੀ, ਤੇ ਕੀ ਸੱਭਿਆਚਾਰਕ ਹੈ ਜੀ, ਤਾਂ ਜੋ ਅਸੀਂ ਵੀਡੀਓ ਤਾਂ ਦਿਖਾਉਣੀਓ ਹੈ ਉਹ, ਪਰ ਪਤਾ ਲੱਗ ਜੇ ਲੋਕਾਂ ਨੂੰ। ਇਹ ਇਸ ਤਰ੍ਹਾਂ ਜੀ, ਤੁਹਾਨੂੰ ਨਾਲ ਦੀ ਨਾਲ ਹੁਣ ਚੱਲਣਾ ਪੈਣਾ, ਜਿਵੇਂ ਹਰੀ ਸਿੰਘ ਨਲੂਆ ਆ ਗਿਆ, ਹਣ ਬਾਬਾ ਦੀਪ ਸਿੰਘ ਜੀ ਹੋ ਗਏ, ਗੁਰੂ ਗੋਬਿੰਦ ਸਿੰਘ ਜੀ ਹੋ ਗਏ, ਪੰਜ ਪਿਆਰੇ ਸਾਹਿਬਾਨ ਹੋ ਗਏ ਜੀ, ਤੇ ਇਸ ਤਰ੍ਹਾਂ ਹੀ ਮਾਈ ਭਾਗੋ ਜੀ ਹੋ ਗਏ, ਤੇ ਮਹਾਰਾਣੀ ਜਿੰਦ ਕੌਰ, ਦਲੀਪ ਸਿੰਘ, ਮਹਾਰਾਜਾ ਰਣਜੀਤ ਸਿੰਘ, ਇੱਦਾਂ ਨਾਲ ਦੀ ਨਾਲ ਚੱਲੋਗੇ ਤਾਂ ਉਹ ਅੱਗੇ ਫਿਰ ਸਾਰੇ ਇੱਦਾਂ ਬਣੇ ਹੋਏ ਆ ਜੀ। ਜੀ। ਸੋ
ਸਾਨੂੰ ਸੈਣੀ ਸਾਹਿਬ ਨਾਲ ਚੱਲਣਾ ਪੈਣਾ। ਅਸੀਂ ਸ਼ੁਰੂ ਤੋਂ ਕਰਾਂਗੇ ਜੀ। ਇਹ ਸਭ ਤੋਂ ਪਹਿਲਾਂ ਜੀ ਜ਼ਰੂਰ ਦੱਸਿਆ ਜਾਵੇ ਤਾਂ ਕਿ ਨੌਜਵਾਨਾਂ ਨੂੰ ਵੀ ਪਤਾ ਲੱਗ ਸਕੇ, ਬੱਚਿਆਂ ਨੂੰ ਵੀ ਪਤਾ ਲੱਗ ਸਕੇ ਜੀ, ਤੇ ਸਾਨੂੰ ਵੀ ਜਾਣਕਾਰੀ ਮਿਲ ਸਕੇ ਜੀ। ਹਾਂਜੀ, ਸਭ ਤੋਂ ਪਹਿਲਾ ਚਿੱਤਰ ਹੈ ਜੀ ਆਪਣੇ ਹਰੀ ਸਿੰਘ ਨਲੂਆ ਦਾ ਜੀ। ਇਹ ਦਿਖਾ ਰਹੇ ਇਹਨਾਂ ਨੇ ਜਦੋਂ ਸ਼ੇਰ ਨੂੰ ਦਫਾੜ ਕੀਤਾ ਸੀਗਾ ਜੀ ਜੀ। ਤੇ ਇਹ ਕਾਫੀ ਮਹਾਨ ਯੋਧੇ ਹੋਏ ਨੇ, ਆਪਣੀ ਫੌਜ ਦੇ ਜਰਨੈਲ ਵੀ ਮਹਾਰਾਜਾ ਰਣਜੀਤ ਸਿੰਘ ਜੀ, ਠੀਕ ਹੈ ਜੀ। ਸੋ ਤੇ ਨਾਲ ਹੀ ਉਹਨਾਂ ਦੇ ਬਾਬਾ ਦੀਪ ਸਿੰਘ ਜੀ ਨੇ ਜੀ, ਬਾਬਾ ਦੀਪ ਸਿੰਘ ਜੀ ਸ਼ਹੀਦ ਜੀ, ਤੇ ਨਾਲ ਪੰਜ ਪਿਆਰਿਆਂ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੀ। ਦੇ ਆਪਣੇ ਖੰਡੇ ਬਾਟ ਅੰਮ੍ਰਿਤ ਪਿਆਨ ਤਿਆਰ ਹੋ ਰਿਹਾ ਜੀ, ਜੀ। ਠੀਕ ਹੈ ਜੀ। ਬਾਟਾ ਤੇ ਹਾਂਜੀ, ਤੇ ਨਾਲ ਆਪਣੇ ਉੱਦਾਂ ਖਾਲਸਾ ਸਿੰਘ ਦੀ ਤਸਵੀਰ ਬਣਾਈ ਹੈ ਜੀ ਪਰਲੇ ਪਾਸੇ। ਜੀ। ਉਦੋਂ ਮਤਲਬ ਪੁਰਾਣੇ ਜਿਵੇਂ ਆਪਣੇ ਘਰ ਹੁੰਦੇ ਸੀ, ਪੁਰਾਣੇ ਟ੍ਰੈਡੀਸ਼ਨ ਜਿਵੇਂ ਆਮ ਚੌਂਕਾ ਚੁੱਲ੍ਹਾ ਹਾਰਾ, ਜਿਵੇਂ ਅੱਗੇ ਦਾ ਜੋ ਲੋਕ ਰਹਿੰਦੇ ਸੀ ਖੇਤੀਬਾੜੀ। ਇੱਕ ਸੱਭਿਆਚਾਰਕ ਪੱਖ ਇਹ ਸੱਭਿਆਚਾਰ ਪੱਖ ਆ ਜੀ। ਇਹ ਜਿਹੜੀ ਇਹ ਹੈਗੀ ਆ ਜੀ, ਇਹ 1899 ਦਾ ਹੈਗਾ ਕਿ ਇਹ ਕਿਸੇ ਕੋਈ ਅਫਸਰ ਸੀਗੇ ਉਹਨਾਂ ਸਮਿਆਂ ਦੇ ਵਿੱਚ PSDO ਰਿਟਾਇਰਡ। ਇਹ ਉਹਨਾਂ ਦੀ ਕੰਧ ਇੱਥੇ ਕੋਈ ਪਰਿਵਾਰ ਰਹਿ ਨਹੀਂ ਹੈ, ਸਾਰੇ ਬਾਹਰ ਹੀ ਰਹਿੰਦੇ ਨੇ, ਇਸੇ ਕਰਕੇ ਉਹ ਉਦੋਂ ਦਾ ਹੀ 1899 ਚ ਇੰਨੀ ਪੜ੍ਹੇ ਹੋਏ ਸੀ ਉਹ। ਹਾਂਜੀ, ਇਹ ਜਿਹੜਾ ਮਾਘੀ ਸੀ ਨਾ ਜੀ, ਇਹਨਾਂ ਦਾ ਅੱਗੇ ਜਿਹੜਾ ਭਗਵਾਨ ਸਿੰਘ ਦਾ ਨਾਮ ਲਿਖਿਆ, ਭਗਵਾਨ ਸਿੰਘ ਡੀਓ ਰਿਟਾਇਰ ਹੋਏ ਜੀ ਸਾਡੇ। ਇਹ ਹੁਣ ਦੇ ਆ? ਇਹਦਾ ਹੁਣ ਦੇ ਆ ਜੀ। ਉਸ ਸਮੇਂ ਦੇ ਵਿੱਚ ਇੰਨੀ ਪੜ੍ਹਾਈਆਂ? ਇਹ ਮਾਘੀ ਇਹਨਾਂ ਦੇ ਗਾਂ ਦਾਦੇ ਪੜਦਾਦੇ ਤੋਂ ਅੱਗੇ ਦੇ ਅੱਗੇ ਜਿਹੜਾ ਦਾ ਸ਼ੁਰੂਆਤ ਇਹਨਾਂ ਦੇ ਪਰਿਵਾਰ ਜਿੱਥੋਂ ਤੱਕ ਇਹ ਗਏ, ਇਹਨਾਂ ਨੂੰ ਪਤਾ ਲੱਗਿਆ ਸਾਡਾ ਮਾਘੀ ਵੱਡ ਵਡੇਰਾ ਕੋਈ ਹੁੰਦਾ ਸੀਗਾ ਜੀ। ਜੀ ਜੀ ਜੀ। ਉਹਦੇ ਨਾਲ ਬੈਠਕ ਵੀ ਸਾਂਭੀ ਹੋਈ ਹੈ ਜੀ, ਰੱਖਿਆ ਮਾਘੀ ਭਵਨ ਜੀ। ਇਸ ਦਾ ਭਗਵਾਨ ਸਿੰਘ ਜੀ ਡੀਓ ਰਿਟਾਇਰ ਹੋਏ ਸੀ ਜੀ। ਅੱਗੇ ਜੀ ਆਪਾਂ ਚੱਲੀਏ ਜੀ। ਮਾਤਾ ਭਾਗ ਕੌਰ ਜੀ। ਹਾਂਜੀ, ਮਾਤਾ ਭਾਗ ਕੌਰ ਹੈ ਜੀ। ਜੀ। ਤੇ ਨਾਲ ਇੱਕ ਮਾਤਾ ਜਿਵੇਂ ਹੁਣ ਅਸੀਂ ਉਹ ਬਣਾਏ ਸੀ ਵਿਚਾਲੇ, ਫਿਰ ਅਸੀਂ ਇੱਕ ਬੀਬੀ ਬਣਾਈ ਆ ਵੀ ਜਿਹੜੀ ਆਪਣੇ ਬੱਚੇ ਨੂੰ ਅਭਿਆਸ ਕਰਾ ਰਹੀ ਆ, ਸਿਮਰਨ ਅਭਿਆਸ ਕਰਾ ਰਹੀ ਆ, ਮਾਤਾ ਜਿੰਦ ਕੌਰ ਜੀ। ਜੀ। ਤੇ ਮਹਾਰਾਜਾ ਕੰਵਰ ਦਲੀਪ ਸਿੰਘ ਜੀ, ਠੀਕ ਹੈ ਜੀ। ਤੇ ਉਦੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਮੇਰੇ ਪੰਜਾਬ। ਹਾਂਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੀ। ਹਾਂਜੀ। ਉਸ ਤੋਂ ਅੱਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ। ਜੀ। ਉਸ ਤੋਂ ਅੱਗੇ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਜੀ। ਸ਼ਹੀਦ ਊਧਮ ਸਿੰਘ ਜੀ। ਜੀ। ਮੱਸੇ ਰੰਗੜ ਦਾ ਸਿਰ ਕਲਮ ਵਾਲੇ ਸੁੱਖਾ ਸਿੰਘ ਮਹਿਤਾਬ ਸਿੰਘ ਜੀ। ਵਾਹ। ਹਾਂਜੀ, ਭਗਤ ਪੂਰਨ ਸਿੰਘ ਜੀ, ਰਵੀ ਸਿੰਘ ਜੀ ਖਾਲਸਾ ਏਡ ਵਾਲੇ ਜੀ। ਉਸ ਤੋਂ ਬਾਅਦ ਜਦੋਂ ਜਿਵੇਂ ਆਪਾਂ ਨੂੰ ਪਿਕਚਰਾਂ ਮਿਲਦੀਆਂ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਸੈਨਿਕ ਸੀਗੇ, ਉਹਨਾਂ ਦੀ ਸੇਵਾ ਭਾਵਨਾ ਨਾਲ ਲੜਦੇ ਸੀ, ਨਾਲੇ ਸੇਵਾ ਕਰਦੇ ਸੀ। ਫਿਰ ਸਾਰਾਗੜ੍ਹੀ ਦੇ ਇੱਕ ਸੈਨਿਕ ਪੇਸ਼ ਕੀਤਾ ਕਿ ਕੋਈ ਜਗ੍ਹਾ ਦੇ ਹਿਸਾਬ ਨਾਲ ਜੀ ਸਾਰਾ ਕੁਝ। ਤੇ ਫਿਰ ਖਾਲਸੇ ਦਾ ਸਰੂਪ ਆਪਣੇ ਭੁਜੰਗੀ ਨੂੰ ਮੋਢਿਆਂ ਤੇ ਬਿਠਾ ਕੇ ਚੱਕੀ ਜਾਂਦਾ। ਫਿਰ ਬੱਬਰ ਅਕਾਲੀ ਸਿੰਘ, ਫਿਰ ਬਾਬਾ ਜਥੇਦਾਰ ਬਾਬਾ ਬਘੇਲ ਸਿੰਘ ਜੀ। ਵਾਹ। ਹਾਂਜੀ, ਫਿਰ ਸਿਰੇ ਦੇ ਉੱਤੇ ਹੀ ਹੈਗੇ ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾ ਮਾਰੂ, ਤੇ ਨਾਲ ਉਹਨਾਂ ਦਾ ਪਰਿਵਾਰ ਆ। ਇਹ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਨਾਨਕ ਜਹਾਜ਼ ਸੀ। ਨਾਨਕ ਜਹਾਜ਼ ਸੀਗਾ। ਇਹ ਕੈਨੇਡਾ 'ਚ ਲੈ ਗਏ ਸੀ ਜਿਹੜਾ ਉੱਥੋਂ ਮੁੰਡੇ, ਜਦੋਂ ਇੱਥੇ ਆ ਕੇ ਫਿਰ ਇਹਨਾਂ ਵਾਪਸ ਆਏ ਤੇ ਬਜ ਘਾਟ ਜਿਹੜਾ ਸੀਗਾ ਕਲਕੱਤੇ ਦਾ, ਉੱਥੇ ਆ ਕੇ ਫਿਰ ਕੁਛ ਸਿੰਘ ਸ਼ਹੀਦ ਹੋ ਗਏ ਸੀਗੇ, ਕੁਛ ਕੈਦ ਹੋ ਗਏ, ਕਾਲੇ ਪਾਣੀ ਚਲੇ ਗਏ ਸੀਗੇ। ਇਹ ਉਹਨਾਂ ਨੂੰ ਤਸਵੀਰ ਜਿਹੜੀ ਉਹਨਾਂ ਨੂੰ ਦਰਸਾਉਂਦੀ ਹੈ। ਇੱਧਰ ਸਰਦਾਰ ਭਗਤ ਸਿੰਘ ਜੀ। ਵਾਹ ਜੀ ਵਾਹ। ਮੈਂ ਕਹਿੰਦਾ ਬੱਚਿਆਂ ਨੂੰ ਫਿਲਮ ਦਿਖਾਉਣ ਨਾਲੋਂ ਨਾ, ਜਿਹੜੇ ਤੁਸੀਂ ਲੈ ਕੇ ਜਾਂਦੇ ਹੋ, ਜਿਨ੍ਹਾਂ ਨੂੰ ਤੁਸੀਂ ਯੋਧੇ ਬਣਾਇਆ ਐਕਟਰਾਂ ਨੂੰ, ਉਹਨਾਂ ਦੀ ਫਿਲਮ ਦਿਖਾਉਣ ਨਾਲੋਂ ਇਸ ਪਿੰਡ ਦੇ ਵਿੱਚ ਲੈ ਆਇਓ। ਬਹੁਤ ਸੋਹਣਾ ਬਣਾਇਆ ਹੋਇਆ, ਬਹੁਤ ਸੋਹਣੀਆਂ ਚੀਜ਼ਾਂ, ਤੇ ਇੱਥੋਂ ਕੁਝ ਸਿੱਖਿਆ ਵੀ ਲੈਣਗੇ ਬੱਚੇ, ਤੇ ਦੇਖਣਗੇ ਯਾਰ ਸਾਡਾ ਕਿੱਡਾ ਵੱਡਾ ਇਤਿਹਾਸ ਹੈ, ਕਿੱਡਾ ਮਹਾਨ ਇਤਿਹਾਸ ਸੀ। ਕੰਧਾਂ ਉੱਤੇ ਅੱਜ ਸਾਨੂੰ ਇਹ ਕਰਨਾ ਇਸ ਲਈ ਵੀ ਪੈ ਰਿਹਾ ਏ ਵੀ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਸਿਰਫ ਮੋਬਾਈਲ ਜੋਗੇ ਰਹਿਣ ਦਿੱਤਾ। ਮਾਨਸਿਕਤਾ ਇੰਨੀ ਜ਼ਿਆਦਾ ਸਾਡੀ ਖਰਾਬ ਹੋ ਗਈ ਹੈ। ਕਦੇ ਮੀਂਹ ਪੈਂਦਾ ਸੀ ਨਾ, ਬੱਚੇ ਗਲੀਆਂ ਦੇ ਵਿੱਚ ਖੇਡਦੇ ਸੀ, ਪਰ ਅੱਜ ਗਲੀਆਂ ਸੁੰਨੀਆਂ ਨੇ। ਸ਼ਾਇਦ ਉਹ ਗਲੀਆਂ ਵੀ ਰੋਂਦੀਆਂ ਹੋਣਗੀਆਂ ਵੀ ਯਾਰ ਬੱਚੇ ਨਹੀਂ ਆਉਂਦੇ, ਕਿੱਥੇ ਗਏ, ਪਤਾ ਨਹੀਂ ਕੀ ਹੋ ਗਿਆ। ਮਤਲਬ ਕਿ ਜਿੱਥੇ ਜਿੱਥੇ ਬੱਚਿਆਂ ਦੀ ਕਾਰਗੁਜ਼ਾਰੀ ਰਹਿੰਦੀ ਸੀ ਪਹਿਲਾਂ ਦੇ ਸਮਿਆਂ ਦੇ ਵਿੱਚ, ਉੱਥੇ ਹੁਣ ਜਿੱਥੇ ਮੋਬਾਈਲਾਂ ਨੇ ਥੰਮ ਲਈ ਹੈ। ਇੱਕ ਚੀਜ਼ ਦਾ ਤੁਹਾਨੂੰ ਇੱਕ ਚੀਜ਼ ਦਾ ਹੋਰ ਧਿਆਨ ਦਿਓ, ਨੌਜਵਾਨਾਂ 'ਚ ਵੀ ਇਹ ਬਹੁਤ ਵੱਡੀ ਹੈ। ਫਾਟਕ ਲੱਗ ਜਾਂਦਾ ਨਾ, ਕੱਲ੍ਹ ਮੈਂ ਨਿਗਾਹ ਮਾਰਿਆ ਸੀ, ਫਾਟਕ ਲੱਗ ਗਿਆ ਰੇਲਵੇ ਫਾਟਕ, ਉੱਥੇ ਭੀੜ ਹੋ ਗਈ, ਅਤੇ ਨੌਜਵਾਨ ਮੈਂ ਵੇਖੇ ਸਕੂਟੀਆਂ 'ਤੇ ਅੱਗੇ ਮੇਰੀ ਫਾਟਕ ਜਿੱਥੇ ਮੈਂ ਗੱਡੀ ਖੜਾਈ ਉੱਥੇ ਫਾਟਕ ਲੱਗ ਗਿਆ ਇੱਕਦਮ, ਅਤੇ ਉੱਥੇ ਮੋਹਰੇ ਆ ਕੇ ਸਕੂਟੀਆਂ ਵਾਲੇ ਖੜ੍ਹ ਗਏ ਭਾਜੀ। ਅਤੇ ਮੈਂ ਅਚਾਨਕ ਚਲੋ ਨੋਟ ਕਰਨ ਲੱਗ ਗਿਆ ਵੀ ਚਲੋ ਦੇਖਦੇ ਹਾਂ, ਨਿਗਾਹ ਮਾਰੀ, ਜਿੰਨੇ ਵੀ ਖੜ੍ਹੇ ਸੀ ਸਾਰੇ ਆਪੋ ਆਪਣਾ ਮੋਬਾਈਲ ਲੈ ਕੇ ਖੜ੍ਹੇ ਸੀ ਭਾਜੀ। ਗਰਦਨਾਂ ਨੀਵੀਆਂ ਸੀ, ਕੋਈ ਫਰੋਲਾ ਫਰਾਲੀ ਕਰਨ ਲੱਗੇ ਵੇ। ਇੱਕ ਬੰਦਾ ਹੋਊਗਾ ਜੀ, ਮੈਂ ਕਹਿੰਦਾ ਉੱਥੇ 15 ਜਣੇ ਖੜ੍ਹੇ ਸੀ ਅਤੇ 14 ਉਹਨਾਂ 'ਚੋਂ ਮੋਬਾਈਲ ਚਲਾ ਰਹੇ ਸੀ ਭਾਜੀ।
ਹਾਂਜੀ ਇਹ ਬਹੁਤ ਭੈੜ ਆ ਜੀ, ਮੈਂ ਤਾਂ ਇਹ ਕਹੂੰਗਾ। ਸਾਡੇ 'ਚ ਵੀ ਹੈਗੀ ਆ, ਅਸੀਂ ਵੀ ਕਈ ਵਾਰੀ ਘਰੇ ਵੀ ਬੈਠੇ ਹੁੰਦੇ ਆ, ਉੱਦਾਂ ਸਾਰਿਆਂ ਕੋਲੇ ਆਪਣੇ ਆਪਣੇ ਮੋਬਾਈਲ ਫੜੇ ਆ, ਤੇ ਅਸੀਂ ਆਪਦੇ ਆਪ ਨਾਲ ਤਾਂ ਕੀ ਗੱਲ ਕਰਨੀ ਤੇ ਨਾਲ ਦੇ ਨਾਲ ਤਾਂ ਕੀ ਗੱਲ ਕਰਨੀ ਆ, ਤੇ ਬਸ ਅਸੀਂ ਉਹ ਫੋਨ ਦੇ ਨਾਲ ਹੀ ਗੱਲਾਂ ਕਰੀ ਜਾਂਦੇ ਆ। ਸਾਰਾ ਕੁਝ ਹੈਗਾ, ਇੰਨੇ ਐਡ ਐਪ ਹੈਗੀਆਂ ਨੇ ਸਾਰੀਆਂ, ਬਸ ਸੋਸ਼ਲ ਮੀਡੀਆ ਨਾਲ ਬਸ ਉਹ 'ਚ ਮੈਂ ਇਹ ਮਾੜਾ ਨਹੀਂ ਹੈ। ਜੇ ਕੋਈ ਚੰਗੀ ਸੇਧ ਮਿਲੇ, ਹੁਣ ਜਿਵੇਂ ਉੱਥੇ ਖੜੇ ਸੀ ਤੁਸੀਂ ਦੱਸਦੇ ਆ, ਤੇ ਉਹੀ ਫੋਨ ਦੀ ਬਜਾਏ ਉਹੀ ਕਿਤੇ, ਕਿਉਂਕਿ ਕੋਈ ਇੰਤਜ਼ਾਰ ਕਰ ਰਹੇ ਸੀ ਸਾਰੇ, ਹੈ ਨਾ ਜੀ, ਕੋਈ ਵਧੀਆ ਇੰਪ੍ਰੈਸ਼ਨ ਪਾਉਣ ਲਈ, ਜੋ ਨਾ ਆਪਾਂ ਇਹਨੂੰ ਇੱਕ ਟਾਈਮ ਬਾਅਦ ਜਿੱਥੇ ਸਮਝ ਲਓ ਜਿੱਥੇ ਵੇਲ ਮਿਲ ਗਿਆ ਫੋਨ ਹੱਥ 'ਚ ਲੈ ਲਓ, ਹੈ ਨਾ। ਸੋ ਵੀ ਇਹ ਚੀਜ਼ਾਂ ਨੂੰ ਥੋੜਾ ਦੇਖਣਾ ਚਾਹੀਦਾ, ਸਾਵਧਾਨੀ ਜ਼ਰੂਰੀ ਹੈ ਜੀ। ਇਹ ਜ਼ਰੂਰੀ ਹੈ, ਬਹੁਤ ਵਧੀਆ, ਕਿਉਂਕਿ ਮੈਨੂੰ ਬਹੁਤ ਸਾਰੇ ਮਾਪੇ ਪੁੱਛ ਲੈਂਦੇ ਆ ਵੀ ਯਾਰ ਅਸੀਂ ਆਪਣੇ ਬੱਚੇ ਨੂੰ ਕੀ ਕਰਾਈਏ। ਮੈਂ ਉਹਨਾਂ ਨੂੰ ਕਹਾਂਗਾ ਜਾਂ ਤੇ ਉਹਨਾਂ ਨੂੰ ਡਾਕਟਰ ਬਣਾ ਦਿਓ ਜੀ ਸਰਵਾਈਕਲ ਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੀਆਂ ਧੌਣਾਂ ਦੇ ਵਿੱਚ ਪੈਣ ਵਾਲਾ ਵਿੰਗ ਸਾਰੇ ਸਰਵਾਈਕਲ ਦੇ ਮਰੀਜ਼ ਹੈ, ਜਾਂ ਫਿਰ ਉਹਨਾਂ ਨੂੰ ਮਤਲਬ ਕਿ ਫੇਸਬੁੱਕ ਛਡਾਊ ਕੇਂਦਰ ਖੁਲਵਾ ਦਿਓ ਜੀ। ਫੇਸਬੁੱਕ ਛੱਡਣ ਦਾ ਇੱਕੋ ਇੱਕ ਇਲਾਜ ਆ, ਮੈਂ ਕਹਿੰਦਾ ਅੰਗੂਠੇ ਹੀ ਵੱਢਣੇ ਪੈਣੇ ਆ, ਇਹਦੇ ਨਾਲ ਹੀ ਕੰਮ ਹੁੰਦਾ ਸਾਰਾ। ਅੰਗੂਠੇ ਵੱਢ ਕੇ ਹੀ ਫੇਸਬੁੱਕ ਛੱਡ ਹੋ ਸਕਦੀ ਹੈ, ਪਰ ਨਹੀਂ ਹੈ, ਮਜ਼ਾਕ ਨਾਲ ਮਜ਼ਾਕ, ਇਹ ਸੀਰੀਅਸ ਹੈ। ਇਹ ਚੀਜ਼ਾਂ ਸਾਡੀ ਮਾਨਸਿਕਤਾ ਦੇ ਉੱਤੇ ਅਸਰ ਪਾ ਰਹੀਆਂ ਨੇ। ਜਿਹੜੇ ਯੋਧੇ ਸੂਰਵੀਰ ਸਾਡੇ ਇਹ ਕੰਧਾਂ ਦੇ ਉੱਤੇ ਜਿਹੜੇ ਆ ਯੋਧੇ ਆ ਨਾ, ਇਹ ਨਾ ਤਾਂ ਮੋਬਾਈਲ ਚਲਾਉਂਦੇ ਸੀ, ਇਹਨਾਂ ਨੇ ਜੰਗਾਂ ਲੜੀਆਂ ਨੇ, ਇਹਨਾਂ ਨੇ ਡਾਂਗਾਂ ਖਾਧੀਆਂ ਨੇ, ਤੇ ਇਹ ਉਹ ਯੋਧੇ ਸੀਗੇ ਵੀ ਜਿਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਤੇ ਅੱਜ ਸਾਡੇ ਤੇ ਕੋਈ ਅਤਿਆਚਾਰ ਹੋ ਰਿਹਾ, ਅਸੀਂ ਇੱਕ ਧਰਨਾ ਨਹੀਂ ਲਾਉਂਦੇ, ਤੇ ਅਸੀਂ ਮੋਬਾਈਲ 'ਤੇ ਲਿਖ ਦਿੰਦੇ ਨੇ ਸੁਸਾਈਡ, ਚਲੋ ਜੀ ਬਣ ਗਏ ਯੋਧੇ, ਜਿੱਤ ਲਈ ਜੰਗ। ਨਹੀਂ, ਇਹ ਸਾਡੇ ਲਈ ਘਾਤਕ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਭਵਿੱਖ ਦੇ ਲਈ, ਅਸੀਂ ਆਪਣੇ ਬੱਚਿਆਂ ਦੇ ਲਈ ਬਹੁਤ ਵੱਡੇ ਕੰਡੇ ਬੀਜ ਰਹੇ ਹਾਂ। ਦੋਸਤੋ ਇੱਦਾਂ ਨਾ ਕਰੋ, ਕਿਰਪਾ ਕਰਕੇ ਇਸ ਪਿੰਡ ਤੋਂ ਨਸੀਹਤ ਲਈਏ ਵੀ ਅਸੀਂ ਜੇਕਰ ਆਪਣੇ ਪਿੰਡ ਨੂੰ ਖੂਬਸੂਰਤ ਬਣਾਉਣਾ ਹੈ ਤਾਂ ਉਹਦੇ ਨਾਲ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਬਚਾਉਣਾ ਹੈ। ਅਤੇ ਕਿਵੇਂ ਬਚਾਇਆ ਜਾਵੇ, ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਪਏ ਨੇ, ਉਹਨਾਂ ਨੂੰ ਦੂਰ ਕਿਵੇਂ ਕਰੀਏ, ਫਿਰ ਅਜਿਹੇ ਉਪਰਾਲੇ ਕਰਨੇ ਪੈਣਗੇ ਜੋ ਇਸ ਕਿਸ਼ਨਪੁਰਾ ਕਲਾਂ ਦੇ ਪਿੰਡ ਦੇ ਵਾਸੀਆਂ ਨੇ ਕੀਤੇ ਨੇ। ਅਜਿਹੇ ਉਪਰਾਲੇ ਹੀ ਸਾਡੇ ਨੌਜਵਾਨਾਂ ਨੂੰ, ਸਾਡੇ ਬੱਚਿਆਂ ਨੂੰ ਸਹੀ ਪਾਸੇ ਵੱਲ ਮੈਂ ਕਹਿੰਦਾ ਲਿਜਾ ਸਕਦੇ ਆ। ਸੋ ਇੱਕ ਵਾਰ ਫਿਰ ਤੋਂ ਮੈਂ ਇਹਨਾਂ ਪਿੰਡ ਵਾਸੀਆਂ ਦਾ, ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ। ਇਸੇ ਕਰਕੇ ਅਸੀਂ ਆਏ ਹਾਂ ਵੀ ਯਾਰ ਇੱਕ ਪਿਰਤ ਤਾਂ ਪਾਈਏ, ਜੇ ਮੀਡੀਆ ਨਹੀਂ ਦਿਖਾਊਗਾ ਤਾਂ ਫਿਰ ਕੌਣ ਦਿਖਾਊਗਾ। ਚੰਗੀਆਂ ਚੀਜ਼ਾਂ ਨੂੰ ਮੀਡੀਆ ਨੂੰ ਜ਼ਰੂਰ ਦਿਖਾਉਣਾ ਚਾਹੀਦਾ। ਤਾਂ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਪਿੰਡ ਦੇ ਵਿੱਚ ਜਦੋਂ ਵੀਡੀਓ ਵਾਇਰਲ ਹੋਈ, ਇੱਕ ਹੋਰ ਸਵਾਰਥ ਸੀ ਸਾਡਾ ਵੀ ਕਿਤੇ ਹੋਰ ਚੈਨਲ ਨਾਲ ਛੇਤੀ ਛੇਤੀ ਪਹੁੰਚ ਜੇ, ਪਹਿਲਾਂ ਕਰ ਲਈਏ ਸਾਰਿਆਂ ਤੋਂ। ਸੋ ਪਹਿਲਾਂ ਵਾਲਾ ਕ੍ਰੈਡਿਟ ਵੀ ਅਸੀਂ ਲਿਆ ਏ। ਸੋ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਏਗੀ ਅੱਜ ਦੀ ਇਹ ਮੁਲਾਕਾਤ, ਅਤੇ ਕੁਝ ਸਿੱਖਣ ਨੂੰ ਤੁਹਾਨੂੰ ਜ਼ਰੂਰ ਮਿਲਿਆ ਹੋਊਗਾ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਮੋਗਾ, ਪੰਜਾਬੀ ਲੋਕ ਚੈਨਲ।